ਸਿੱਖਿਆ ਨੂੰ ਲੈ ਕੇ, ਸਿਹਤ ਨੂੰ ਲੈ ਕੇ, ਸੁਰੱਖਿਆ ਨੂੰ ਲੈ ਕੇ ਪਿਛਲੇ 2014 ਤੋਂ ਟਿਲ ਦਾ 2022 ਕੋਈ ਇੱਕ ਪ੍ਰਾਪਤੀ ਤੁਹਾਨੂੰ ਲੱਗੀ ਹੋਵੇ ਭਾਜਪਾ ਦੀ, ਪਰ 2014 ਤੋਂ ਹੁਣ ਤੱਕ 7 ਸਾਲ ਦੇ ਵਿੱਚ? ਮੈਂ ਉਹਦੇ ਚੋਣ ਨਿਸ਼ਾਨ ਪੰਜੇ ਨੂੰ ਖੂਨੀ ਪੰਜਾ ਕਹਿੰਦਾ। ਇੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਲਾਇਆ ਹੋਇਆ ਪਿਛਲੀ ਵਾਰ 4.5 ਸਾਲ ਦਾ ਮੁੱਖ ਮੰਤਰੀ, ਜਿਹਦੀ ਘਰ ਘਰ ਰੁਜ਼ਗਾਰ ਨੂੰ ਲੋਕ ਸਵਾਲ ਉੱਠ ਰਹੇ ਨੇ, ਜਿਹਦੀ 2500 ਪੈਨਸ਼ਨ ਨੂੰ ਕੁਝ ਨਹੀਂ ਹੋਇਆ, ਜਿਹਦੀ 51,000 ਰੁਪਏ ਸ਼ਗਨ ਸਕੀਮ ਦਾ ਕੱਖ ਨਹੀਂ ਹੋਇਆ, ਮਤਲਬ ਕਿ ਕੋਈ ਕਰਜ਼ੇ ਦੀ ਮਾਫੀ ਨਹੀਂ ਐਡੀ ਹੋਈ, ਜਿਹੜਾ ਕਹਿੰਦਾ ਸੀ ਆੜਤੀਆਂ ਤੇ ਵੀ ਆਪਾਂ ਕਰਦਾ ਫਿਰ ਦਾਂਗੇ। ਡਬਲ ਗੱਪਾਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਗੱਪਾਂ ਵੀ, ਪੰਜਾਬ ਸਰਕਾਰ ਦੀਆਂ ਪਛਾਣ ਪੁਰਾਣੀਆਂ ਗੱਪਾਂ ਵੀ, ਇਹਨਾਂ ਦਾ ਜਵਾਬ ਕਿਵੇਂ ਦਵੋਗੇ? ਲੋਕਾਂ ਤੋਂ ਵੋਟ ਲਓਗੇ ਤਾਂ ਹੀ ਨਾ ਗਵਰਨਮੈਂਟ ਬਣੂ, ਕਿਵੇਂ ਬਣੂਗੀ, ਕਿਵੇਂ ਦਵੋਗੇ? ਬਿਲਕੁਲ ਤੁਸੀਂ ਛੱਡੋ, ਤੁਸੀਂ ਉਹ ਕਹਿੰਦੇ ਹੋ ਇਹਦਾ ਜਵਾਬ ਦਿਓ ਮੇਰੇ ਕੋਲ। ਨਹੀਂ ਮੈਂ ਸੁਣੋ ਮੇਰੀ ਸਵਾਲ ਸੁਣੋ। ਨੋ ਮੈਨੂੰ ਜਵਾਬ ਦੂਜੀ ਪਾਰਟੀਆਂ ਨੂੰ ਵੋਟ ਕਿਉਂ ਨਹੀਂ ਪਾਉਣੀ, ਗੱਲਬਾਤ ਤੁਹਾਨੂੰ ਕਿਉਂ ਪਾਉਣੀ ਹੈ? ਪਹਿਲਾਂ ਜਵਾਬ ਦੇਣ ਦਿਓ। ਤੁਸੀਂ ਕੈਪਟਨ ਦੀ ਗੱਲ ਕੀਤੀ ਹੈ। ਜੀ ਕੈਪਟਨ ਦਾ ਕੀ ਬੁਰਾ ਹੋਇਆ? ਆਜੋ। ਬੇਸ਼ੱਕ ਬੀਜੇਪੀ ਨੇ ਕੈਪਟਨ ਨੂੰ ਨਾਲ ਲਾ ਲਿਆ ਜਾਂ ਉਹ ਨਾਲ ਰਲ ਗਿਆ, ਜਾਂ ਪਹਿਲਾਂ ਧੱਕੇ ਨਾਲ ਥੋੜੀ ਰਲ ਗਿਆ, ਪਹਿਲੇ ਨਾਲ ਰਲੇ ਹੋਏ ਸਨ, ਪਰ ਮੈਂ ਇਸ ਨੂੰ ਬੀਜੇਪੀ ਦੀ ਇੱਕ ਗਲਤੀ ਕਵਾਂਗਾ। ਕੋਈ ਭਗਵੰਤ ਮਾਨ ਤਾਂ ਬਹੁਤ ਉਹ ਕਰਤਵਾ ਲਾਉਂਦਾ ਇਹਨਾਂ ਤੇ, ਐਮਪੀ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਵਾਲੇ। ਹਾਂਜੀ, ਉਹ ਕਹਿੰਦੇ ਪੰਜਾਬ ਲੋਕ ਕਾਂਗਰਸ ਨਾਮ ਰੱਖ ਲਿਆ, ਨਾ ਇਹਦੇ ਚ ਪੰਜਾਬ ਹੈ, ਨਾ ਲੋਕ ਨੇ, ਨਾ ਕਾਂਗਰਸ ਹੈ। ਬਿਲਕੁਲ ਸਹੀ ਗੱਲ। ਮੈਂ ਤਾਂ ਦੇਖੋ, ਮੈਂ ਗੱਲ ਸੁਣੀ ਨਹੀਂ, ਪਰ ਮੈਂ ਆਪਣੇ ਵਿਚਾਰ ਕਰਦਾ। ਹਾਂ, ਇਹ ਸੱਚਾਈ ਹੈ। ਵੀ ਇੰਨੀ ਛੇਤੀ ਕਰੋਨਾ ਕੰਟਰੋਲ ਕਰ ਲਿਆ ਗਿਆ। ਅਮਰੀਕਾ ਵਰਗਾ ਦੇਸ਼ ਨਹੀਂ ਕਰ ਸਕਿਆ ਤੇ ਮੌਤਾਂ ਜ਼ਿਆਦਾ ਹੋਈਆਂ, ਸਾਡੇ ਦੇਸ਼ ਇਹਨੇ ਕੰਟਰੋਲ ਕਰ ਲਿਆ। ਇਹ ਉਹ ਪੰਜਾ ਹੈ ਜਿਹਨੇ ਅਕਾਲ ਤਖਤ ਸਾਹਿਬ ਢਾਇਆ, ਇਹ ਉਹ ਪੰਜਾ ਹੈ ਜਿਹਨੇ ਦਰਬਾਰ ਸਾਹਿਬ ਢਾਇਆ। ਉੱਥੇ ਪਾਠ ਕਰਦੇ, ਗ੍ਰੰਥੀਆਂ ਤੇ ਗੋਲੀਆਂ ਮਾਰੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਗੋਲੀਆਂ ਮਾਰੀਆਂ। ਇਸ ਤੋਂ ਵੱਡਾ ਨਹੀਂ। ਵੱਡੀ ਮਹਾਨਦੀ ਜਿਹੜੀ ਤੇ ਅਸੀਂ ਪੂਜਦੇ ਵੀ ਹਾਂ, ਇਸ਼ਨਾਨ ਵੀ ਕਰਦੇ ਹਾਂ, ਅੱਜ ਤੱਕ ਸਾਡੇ 90% ਹਿੰਦੂ ਕਮਿਊਨਿਟੀ ਦੇ ਬੰਦੇ ਉੱਥੇ ਫੁੱਲ ਤਾਰਨ ਜਾਂਦੇ ਨੇ ਹਰਿਦੁਆਰ ਜੀ। ਉਹ ਈਵਨ ਦੈਨ ਉਹਦੇ ਕਿੰਨੇ ਗੰਦੀਆਂ ਨਲੀਆਂ, ਸਾਰੇ ਸੀਵਰੇਜ ਉਹਦੇ ਵਿੱਚ ਪੈ ਰਿਹਾ, ਪਰ ਗੰਗਾ ਤਾਂ ਵੀ ਗੰਗਾ। ਕਿਸੇ ਤਰੀਕੇ ਦੇ ਨਾਲ ਕੋਈ ਵੀ ਪਾਰਟੀ ਹੋਵੇ, ਬੇਸ਼ੱਕ ਨਹੀਂ, ਤੁਸੀਂ ਕੰਪੈਰੀਜ਼ਨ ਨਾ ਕਰੋ ਇਦਾਂ, ਕਿਸੇ ਦਾ ਕੋਈ ਤੁਹਾਡੇ ਨਾਲ ਕਰ ਦੂਗਾ, ਬਿਲਕੁਲ ਹੋਸ਼ ਹਵਾਸ ਧਾਰਮਿਕ ਦੋਸ਼ ਲਾਉਂਦੇ ਲੋਕ ਵੀ ਗੰਗਾ ਨਾਲ ਕੰਪੈਰੀਜ਼ਨ ਕਰਦਾ ਬੀਜੇਪੀ ਦਾ। ਅਸੀਂ ਨਾ ਮੋਦੀ ਸਾਹਿਬ ਤੋਂ ਸਿੱਖੀ ਹੈ ਗੱਲ, ਵੀ ਛੋਟੀ ਗੱਲ ਨਾ ਕਰੋ ਕਦੇ ਵੀ, ਗੱਲ ਕਰੋ ਵੱਡੀ। 2 ਕਰੋੜ ਨੌਕਰੀਆਂ ਇੱਕ ਸਾਲ 'ਚ 200 ਜਿਹੜੀਆਂ ਉਹ ਆਪਾਂ ਸਮਾਰਟ ਸਿਟੀਜ਼ ਬਣਾਉਣ ਦੀ ਗੱਲ ਕਰੋ, ਛੋਟੀ ਮੋਟੀ ਗੱਲ ਨਾ ਕਹਿੰਦੇ ਕਰੋ। ਕੋਈ ਹੋਇਆ ਇਸ ਤਰ੍ਹਾਂ ਦਾ ਕੁਝ? ਕੋਈ ਨੌਕਰੀ ਮਿਲੀ ਤੁਹਾਡੇ ਅਨੰਦਪੁਰ ਸਾਹਿਬ ਦੇ ਵਿੱਚ? ਕੋਈ ਨੇੜੇ ਤੇੜੇ ਦੇ ਕਿਸੇ ਬੰਦੇ ਨੂੰ ਕੋਈ ਮਿਲੀ ਹੋਵੇ ਸੈਂਟਰ ਗਵਰਨਮੈਂਟ ਦੀ ਜੌਬ, ਕੋਈ ਪਤਾ ਹੋਵੇ ਕਿਸੇ ਆਲੇ ਮਹੱਲੇ ਦਾ? 2 ਕਰੋੜ ਨੌਕਰੀਆਂ ਦੀ ਕਿਹਾ ਸੀ ਇੱਕ ਸਾਲ 'ਚ। ਔਰ ਪੰਜਾਬ ਦੇ ਪਾਣੀਆਂ ਦੇ ਨਾਲ, ਕਿਸਾਨਾਂ ਦੇ ਨਾਲ, ਇੰਡਸਟਰੀ ਦੇ ਨਾਲ ਜਿੰਨਾ ਧੱਕਾ ਤੇ ਬੇਇਨਸਾਫੀ ਹੋਈ ਹੈ, ਸ਼ਾਇਦ ਕਿਸੇ ਨੇ ਉਹ ਸਟੇਟ 'ਚ ਨਹੀਂ ਹੋਈ। ਬਹਾਨਾ ਕਿਸੇ ਵੀ ਬਾਰਡਰ ਸਟੇਟ ਹੈ ਤੇ ਲਗਾ ਨਹੀਂ ਸਕਦੇ। ਤਾਂ ਬੀਜੇਪੀ ਪੰਜਾਬ ਦੇ ਤੁਹਾਡੇ ਅਸ਼ਵਨੀ ਸ਼ਰਮਾ ਜੀ ਨੇ ਜਾਂ ਜਿਹੜੇ ਹੋਰ ਲੀਡਰ ਨੇ, ਜਿਹੜੇ ਉਹਨਾਂ ਨੇ ਕੀ ਕੀਤਾ ਇਸ ਦੇ ਵਿਰੁੱਧ, ਇਸ ਜ਼ਬਰ ਦੇ ਵਿਰੁੱਧ ਆਵਾਜ਼ ਉਠਾਉਣ ਵਾਸਤੇ ਪਿਛਲੇ ਸਾਲਾਂ 'ਚ? ਕੁਛ ਵੀ ਨਹੀਂ ਕੀਤਾ। ਪਰ ਇਹਦੇ ਵਿੱਚ ਇੱਕ ਪਿੱਛੇ ਹੱਲਾਸ਼ੇਰੀ ਦੇਣ ਵਾਲੀ ਧਿਰ ਵੀ ਸੀ, ਉਹ ਲੁਕਿਆ ਛਿਪਿਆ ਸੀ, ਜਿਹੜਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਮੰਨਿਆ, ਉਪ ਪ੍ਰਧਾਨ ਮੰਤਰੀ ਬੀਜੇਪੀ ਦੇ ਲਾਲ ਕ੍ਰਿਸ਼ਨ ਅਡਵਾਨੀ ਨੇ ਮੰਨਿਆ ਕਿ ਅਸੀਂ ਇੰਦਰਾ ਗਾਂਧੀ ਤਾਂ ਹਮਲਾ ਕਰਦੀ ਨਹੀਂ ਸੀ, ਅਸੀਂ ਉਹਨੂੰ ਮਜਬੂਰ ਕੀਤਾ ਹਮਲਾ ਕਰਨ ਵਾਸਤੇ। ਆਹ ਮੰਨਦੇ ਆ ਤੇ ਉਸ ਪਾਰਟੀ ਤੁਸੀਂ ਜੁਆਇਨ ਕੀਤਾ? ਬਾਰੇ ਮੈਂ ਅੱਗੇ ਵੀ ਸੁਣਿਆ। ਠੀਕ ਨਹੀਂ ਸੁਣਿਆ? ਨਹੀਂ ਹੈਗਾ, ਪ੍ਰੂਫ ਹੈ। ਮੈਂ ਤਾਂ ਸੁਣਿਆ, ਤਾਂ ਹੀ ਹੈਗਾ, ਤਾਂ ਹੀ ਸੁਣਿਆ। ਗਈ ਸੀ ਅੱਜ ਤੱਕ ਇਨਸਾਫ ਦਿੱਤਾ ਕਾਂਗਰਸ ਨੇ, ਕਿਹਨੇ ਦਵਾਇਆ? ਮੋਦੀ ਨੇ ਦਵਾਇਆ। SIT ਬਣਾਈ, ਉਹਨੂੰ 5 ਲੱਖ ਦਾ ਕਲੇਮ ਦਵਾਇਆ, ਉਹ ਜਿਹੜੇ ਪੈਂਡਿੰਗ ਕੇਸ ਸੀ ਦੁਬਾਰਾ ਓਪਨ ਕਰਵਾ ਕੇ ਉਹਨੂੰ ਸਜ਼ਾਈਆਂ ਦਈਆਂ ਸਿੱਖਾਂ ਦੇ ਲਈ। ਅੱਜ ਜਿੰਨਾ ਕੁਛ ਉਹ ਕਰ ਰਿਹਾ, ਹੋਰ ਅੱਜ ਤੱਕ ਕਿਸੇ ਵੀ ਪਾਰਟੀ ਦੇ ਕਿਸੇ ਬੰਦੇ ਨੇ ਨਹੀਂ ਕੀਤਾ। ਜੀ ਪਿਆਰੇ ਦਰਸ਼ਕੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਰੋਮੀ ਕਢਾਮੇ ਵਾਲਾ ਪੇਸ਼ ਹਾਂ ਜੀ, ਲੈ ਕੇ ਖਾਸ ਪ੍ਰੋਗਰਾਮ, ਖਾਸ ਮੁਲਾਕਾਤ ਤੇ ਖਾਸ ਸ਼ਖਸੀਅਤ ਦੇ ਨਾਲ RTV1 ਰੋਪੜ ਤੋਂ। ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਸੇਵਕ ਆਨੰਦਪੁਰੀ, ਜਿਹੜੇ ਕਿ ਇਸ ਇੰਟਰਵਿਊ ਦਾ ਪਹਿਲਾ ਪਾਰਟ 1 ਵੀ ਤੁਹਾਡੇ ਰੂਬਰੂ ਕਰ ਚੁੱਕੇ ਹਾਂ। ਮਨਮੋਹਨ ਸਿੰਘ ਜੀ
ਸੋਸ਼ਲ ਵਰਕ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਵੀ ਜਾਣੀ ਪਛਾਣੀ ਸ਼ਖਸੀਅਤ ਨੇ, ਖਾਸ ਕਰਕੇ ਆਪਣੇ ਇਲਾਕੇ ਦੀ। ਲੋਕ ਨਿਰਮਾਣ ਪਾਰਟੀ ਵਜੋਂ ਦਿੱਲੀ ਤੋਂ MP ਦਾ ਇਲੈਕਸ਼ਨ ਵੀ ਲੜ ਚੁੱਕੇ ਨੇ, ਤੇ ਫਿਰ ਅਨੰਦਪੁਰ ਸਾਹਿਬ ਤੋਂ ਆਜ਼ਾਦ ਤੌਰ 'ਤੇ ਵੀ ਇਲੈਕਸ਼ਨ MP ਦਾ ਲੜ ਚੁੱਕੇ ਨੇ। ਤੇ ਕਿਸਾਨ ਮਜ਼ਦੂਰ ਏਕਤਾ ਦੀਆਂ ਗੱਲਾਂ ਜਦੋਂ ਬਹੁਤ ਦੇਰ ਤੋਂ ਹੁੰਦੀਆਂ ਆ ਰਹੀਆਂ ਜਿਹੜੀਆਂ ਨੇ ਪਗਲੀ ਸੰਭਾੜ ਜੱਟਾ ਲਹਿਰ ਤੋਂ, ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਦਿੱਲੀ ਮੋਰਚੇ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਆਮ ਹੱਟੀਆਂ ਭੱਠੀਆਂ ਸੱਥਾਂ ਦੇ ਵਿੱਚ ਹੋਣੀ ਜ਼ਿਆਦਾ ਸ਼ੁਰੂ ਹੋਈ ਹੈ। ਪਰ ਇਹਨਾਂ ਦੀ ਖਾਸੀਅਤ ਇਹ ਵੀ ਹੈ ਕਿ ਇਹਨਾਂ ਨੇ 2011 ਦੇ ਵਿੱਚ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ 2011 ਦੇ ਵਿੱਚ ਹੀ ਬਣਾਇਆ ਸੀ। ਉਹ ਕੀ ਕਾਰਨ ਰਹੇ ਨੇ? ਤੇ ਮੁੱਖ ਜਿਹੜੀ ਗੱਲ ਹੈ ਕਿ ਅੱਜ ਕੱਲ੍ਹ ਇਹ ਤੁਸੀਂ ਦੇਖ ਰਹੇ ਹੋ ਕਿ BJP ਦੇ ਵਿੱਚ ਜਾ ਚੁੱਕੇ ਨੇ, BJP ਇਹਨਾਂ ਨੇ ਜੁਆਇਨ ਕਰ ਲਈ ਹੈ। ਤੇ ਬਾਕੀ ਦੀਆਂ ਗੱਲਾਂ ਇੰਟਰਵਿਊ 'ਚ ਹੋ ਵੀ ਚੁੱਕੀਆਂ ਨੇ। ਅਕਾਲੀ ਦਲ ਦੇ ਨਾਲ ਨੇੜਤਾ ਰਹੀ ਹੈ, ਕਿਉਂ ਛੱਡਿਆ ਸੀ ਪਿਛਲੀ ਇੰਟਰਵਿਊ 'ਚ ਕਹਿੰਦੇ ਹੋ ਚੁੱਕੇ ਆ, ਤੇ ਆਪਾਂ ਨਵੀਆਂ ਗੱਲਾਂ ਕਰਾਂਗੇ। ਇੱਕ ਵਾਰ ਕਰੀਏ ਸਵਾਗਤ, ਤੇ ਬਹੁਤ ਬਹੁਤ ਸਵਾਗਤ ਹੈ ਜੀ ਮਨਮੋਹਨ ਸਿੰਘ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਫੇਰ ਤੋਂ। ਧੰਨਵਾਦ ਜੀ। ਤੇ ਚੱਲ ਰਿਹਾ ਜੀ ਪੂਰਾ ਫਿਰ ਚੋਣ ਬਾਜ਼ਾਰ ਗਰਮ ਹੈ। ਬਿਲਕੁਲ ਜੀ, ਬਿਲਕੁਲ ਦਿਨੋਂ ਦਿਨ ਸਮੀਕਰਨ ਬਦਲ ਰਹੇ ਨੇ ਜੀ ਜੀ, ਪੂਰਾ ਜ਼ੋਰ ਲਗਾ ਰਹੇ ਆ। ਉਹ ਭਾਜਪਾ ਜਿਨ੍ਹਾਂ ਨੂੰ ਪਿੰਡਾਂ 'ਚੋਂ ਭਜਾਉਂਦੇ ਸੀ ਜੀ, ਹੁਣ ਲੋਕੀ ਜਫੀਆਂ ਪਾ ਕੇ ਤੇ ਸੇਵਾ ਕਰ ਰਹੇ ਨੇ, ਸਵਾਗਤ ਕਰ ਰਹੇ ਨੇ ਲੋਕ। ਬਿਲਕੁਲ ਹੁਣ ਸਵਾਗਤ ਸ਼ੁਰੂ ਹੋ ਚੁੱਕਾ ਹੈ ਜੀ ਜੀ। ਕੀ ਚਲੋ ਤੁਸੀਂ ਆਪ ਹੀ ਸ਼ੁਰੂ ਕਰ ਲਿਆ, ਮੈਨੂੰ ਸਵਾਲ ਕਰਨ ਦੀ ਲੋੜ ਨਹੀਂ ਵੀ ਕੀ ਕਾਰਨ ਮੰਨਦੇ ਹੋ, ਕੀ ਹੋਇਆ ਇਹੋ ਜਿਹਾ ਕੁਝ? ਕਾਰਨ ਇਹ ਹੋਇਆ ਵੀ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਜੋ 2 ਸਾਲ ਦੇ ਵਿੱਚ ਪੂਰੇ ਦੇਸ਼ ਨੇ ਦੇਖਿਆ ਕਿਸਾਨਾਂ ਦੇ ਨਾਲ ਹਾਲਤ ਜੋ ਹੋਈ, ਉਹ ਕਿਸਾਨ ਦੁਖੀ ਨੇ ਬੇਸਿਕਲੀ ਜੀ। ਅਸੀਂ ਵੀ ਉਹਨਾਂ ਵਿੱਚੋਂ ਸ਼ਾਮਲ ਹਾਂ। ਨਹੀਂ, ਕੌਣ ਜ਼ਿੰਮੇਵਾਰ ਹੈ, ਕਿਹਨਾਂ ਨੇ ਕੀਤੀ ਹੈ? ਤੇ ਜ਼ਿੰਮੇਵਾਰ ਜਿਨ੍ਹਾਂ ਨੇ ਪਹਿਲੇ 3 ਕਾਲੇ ਕਾਨੂੰਨ ਬਣਾਏ ਸੀ, ਇਹ 'ਚ ਕੋਈ ਸ਼ੱਕ ਹੀ ਨਹੀਂ ਜੀ। ਪਰ 19 ਨਵੰਬਰ ਤੋਂ ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮੋਦੀ ਜੀ ਵੱਲੋਂ ਮਾਫੀ ਵੀ ਮੰਗੀ ਗਈ ਤੇ ਵਾਪਸ ਕਾਨੂੰਨ ਵੀ ਲਏ ਗਏ, ਔਰ ਮੈਂ ਅੱਗੇ ਵੀ ਕਹਿ ਚੁੱਕਾ ਵੀ ਮੋਦੀ ਜੀ ਵਰਗੇ ਧਾਂਕੜ ਨੇਤਾ ਵੱਲੋਂ ਬਿਨਾਂ ਸ਼ਰਤ ਮਾਫੀ ਮੰਗਣੀ ਤੇ ਇੱਕਦਮ ਰਾਤੋਂ ਰਾਤ ਇੱਕ ਚਮਤਕਾਰ ਹੋਇਆ, ਇੱਕ ਅਜੂਬਾ ਹੋਇਆ ਵੀ ਕਾਨੂੰਨ ਵਾਪਸ ਲਏ ਗਏ। ਨਹੀਂ, ਬਣਾਏ ਕਿਹਨਾਂ ਨੇ ਸੀ ਕਾਨੂੰਨ? ਇਹ ਤਾਂ ਜਿਨ੍ਹਾਂ ਨੇ ਬਣਾਏ ਸੀ ਉਹਨਾਂ ਨੇ ਵਾਪਸ ਲਏ। ਉਹ ਤੁਸੀਂ ਪਹਿਲੀ ਗੱਲ ਤੇ ਨਾ ਤੁਸੀਂ ਕਹਿੰਦੇ ਜਿਨ੍ਹਾਂ ਨੇ ਬਣਾਏ ਸੀ, ਮੈਜਿਕ ਸ਼ਾਇਦ ਕਿਸੇ ਹੋਰ ਨੇ ਪਹਿਲਾਂ ਬਣਾ ਕੇ ਰੱਖੇ ਹੋਏ ਸੀ। ਨਹੀਂ, ਦੇਖੋ ਪਤਾ ਕੀ ਹੈ, ਇਹ ਟੈਕਨੀਕਲੀ ਭਾਵੇਂ ਕਾਫੀ ਚਿਰਾਂ ਤੋਂ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਸੀ, ਪਰ ਆਮ ਅਸੀਂ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ। ਜਿਹੜੇ ਕੰਮ ਮੋਦੀ ਨੇ ਕਰ ਦਿੱਤੇ, ਧਾਰਾ 370 ਸੀ, 3 ਤਲਾਕ ਸੀ ਜਾਂ ਕੋਈ ਹੋਰ ਸੀ, ਇਹ ਹੋਰ ਕੋਈ ਬੰਦਾ ਨਹੀਂ ਕਰ ਸਕਿਆ। ਨਹੀਂ, ਇਹ ਕਿਉਂ ਇਹ ਰੱਖਦੇ ਨੇ ਮੈਨੀਆਂ ਵੀ ਕੁਝ ਗੱਲਾਂ ਕਰਕੇ ਦੇਖੋ ਚੀਜ਼ ਚੰਗੀ ਹੋਵੇ ਭਾਵੇਂ ਮਾੜੀ ਹੋਵੇ, ਉਹਨੂੰ ਕਰਨ ਲਈ ਜੁਰਤ ਚਾਹੀਦੀ ਹੈ। ਆਮ ਅਜੇ ਤੱਕ 370 ਬੜੇ ਬੰਦੇ ਕਹਿੰਦੇ ਸੀ ਕਿਉਂ ਦੂਰ ਨਹੀਂ ਕਰ ਸਕੇ, 3 ਤਲਾਕ ਕਿਉਂ ਨਹੀਂ ਕਰ ਸਕੇ। ਦੇਖੋ ਚੰਗੀ ਮਾੜੀ ਹੋਣੀ, ਮੈਂ ਬਹਿਸ ਨਹੀਂ ਕਰ ਰਿਹਾ, ਚੰਗੇ ਨੇ ਕਿ ਮਾੜੇ ਨੇ, ਪਰ ਮੈਂ ਕਹਿ ਰਿਹਾ ਵੀ ਜੁਰਤ ਵਾਲਾ ਇੱਕ ਬੰਦਾ, ਇੱਕ ਨਿਡਰ ਬੰਦਾ ਆਇਆ ਸੀ। ਇਸ ਗੱਲੋਂ ਮੈਂ ਆਪਣੇ ਘਰ ਤੇ ਆਮ ਕਰਦਾ ਸੀ, ਯਾਰ ਬੰਦਾ ਤੇ ਹੈਗਾ ਧਾਂਕੜ। ਨਹੀਂ, ਜਿਵੇਂ ਇੱਕ ਆਮ ਬੰਦੇ ਵਾਸਤੇ ਨਾ ਰੋਟੀ ਪਾਣੀ ਭੁੱਖ ਨੀਂਦ ਪਹਿਲੇ ਆਧਾਰ ਤੇ ਜ਼ਰੂਰੀ ਹੈ, ਮੁੜ ਕੇ ਮੈਂ ਟਾਈ ਲਾਨਾ ਜਾਂ ਬੈਲਟ ਲਾਨਾ ਜਾਂ ਬ੍ਰਾਂਡਡ ਬੂਟ ਪਾਉਣਾ ਬਾਅਦ ਦੀਆਂ ਗੱਲਾਂ ਨੇ। ਗਵਰਨਮੈਂਟ ਦਾ ਵੀ ਹੁੰਦਾ ਸਿੱਖਿਆ, ਸਿਹਤ ਤੇ ਸੁਰੱਖਿਆ, 3 ਚੀਜ਼ਾਂ, 3 ਸੱਸੇ ਪੂਰੇ ਕਰਨ ਤੋਂ ਬਾਅਦ ਆਹ ਗੱਲਾਂ ਬਾਅਦ ਦੀਆਂ ਗੱਲਾਂ ਨੇ। ਬਿਲਕੁਲ, ਸਿੱਖਿਆ ਨੂੰ ਲੈ ਕੇ, ਸਿਹਤ ਨੂੰ ਲੈ ਕੇ, ਸੁਰੱਖਿਆ ਨੂੰ ਲੈ ਕੇ ਪਿਛਲੇ 2014 ਤੋਂ ਟਿਲ ਦਾ 2022 ਕੋਈ ਇੱਕ ਪ੍ਰਾਪਤੀ ਤੁਹਾਨੂੰ ਲੱਗੀ ਹੋਵੇ ਭਾਜਪਾ ਦੀ? ਪਰ 2014 ਤੋਂ ਹੁਣ ਤੱਕ 7 ਸਾਲ ਦੇ ਵਿੱਚ ਮੈਂ ਤੁਹਾਨੂੰ ਸਿੱਖਿਆ ਨੂੰ ਲੈ ਕੇ ਪਹਿਲਾਂ ਬੋਲੋ, ਕੋਈ ਸਿੱਖਿਆ ਨੂੰ ਲੈ ਕੇ ਦੇਖੋ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਸਕੂਲ ਤੁਹਾਨੂੰ ਤੁਹਾਡੀ ਨਿਗਾਹ 'ਚ ਹੋਵੇ? ਉਹਦੇ 'ਚ ਇਹ ਹੈ ਵੀ ਇਹ ਇੱਕ ਨੈਸ਼ਨਲ ਪਾਲਿਸੀ ਹੈ। ਹਾਂਜੀ, ਨੈਸ਼ਨਲ ਪਾਲਿਸੀ ਹੈ। ਇਹਦੇ ਵਿੱਚ ਸੈਂਟਰ ਪੂਰੇ ਦੇਸ਼ ਨੂੰ ਕੰਟਰੋਲ ਨਹੀਂ ਕਰਦਾ। CBSE ICSE 2 ਹੈਗੇ ਨੇ, ਉਹਨਾਂ ਦੇ ਸਿਲੇਬਸ ਨਿਰਧਾਰਿਤ ਨੇ, ਉਹਨਾਂ ਦੇ ਨੋਰਮਸ ਹੈਗੇ ਨੇ, ਉਹਦੇ ਮੁਤਾਬਕ ਆਲਰੇਡੀ ਨੈਟਵਰਕ ਖਿਲਿਆ ਹੋਇਆ ਸਾਰਾ। ਨਹੀਂ, CBSE ਤਾਂ ਉਹ ਤਾਂ ਇੱਕ ਬੋਰਡ ਹੈ। ਇੱਕ ਸਟੇਟ ਦੀ ਐਜੂਕੇਸ਼ਨ ਹਰ ਇੱਕ ਸਟੇਟ ਦੀ ਰਿਸਪੌਂਸਿਬਿਲਿਟੀ ਹੈ। ਦੇਖੋ ਇਹਦਾ ਸਬਜੈਕਟ ਹੈਗਾ ਨਾ, ਪ੍ਰਾਈਮ ਮਿਨਿਸਟਰ ਇਜ਼ ਨਾਟ ਫॉर ਐਨੀ ਸਟੇਟ, ਪ੍ਰਾਈਮ ਮਿਨਿਸਟਰ ਫॉर ਆਲ ਦਾ ਨੇਸ਼ਨ ਇੰਡੀਆ। ਬਿਲਕੁਲ, ਉਹ ਸਾਰਿਆਂ ਵਾਸਤੇ ਹੈ, ਸਾਰੀ ਯੂਟੀਜ਼ ਵਾਸਤੇ ਹੈ, ਸਾਰੇ ਵਾਸਤੇ ਹੈ। ਮੈਂ ਕੋਈ ਇੱਕ ਕਹਿ ਰਿਹਾ 2014 ਕੋਈ ਦੱਸ ਦਿਓ, ਕੋਈ ਤੁਹਾਨੂੰ ਲੱਗਿਆ ਕਿ ਸਿੱਖਿਆ ਦੀ ਕੋਈ ਪ੍ਰਾਪਤੀ, ਕੋਈ ਇੱਕ ਦੱਸ ਦਿਓ। ਨਹੀਂ ਦੇਖੋ ਪਤਾ ਕੀ ਗੱਲ ਹੈ, ਸਿਹਤ ਦੀ ਦੱਸ ਦਿਓ, ਚਲੋ ਠੀਕ ਹੈ, ਉਹ ਨਹੀਂ ਯਾਦ ਆਉਂਦਾ ਕਈ ਵਾਰੀ। ਚਲੋ ਮੈਂ ਹੁਣ ਤੁਹਾਨੂੰ ਦੱਸ ਦੇਣਾ ਨਾ, ਇਹ ਜਿਹੜੇ ਮਸਲੇ ਨੇ ਨਾ ਇਸ ਵਕਤ ਇਹ ਨੈਸ਼ਨਲ ਲੈਵਲ ਦੇ ਮਸਲੇ ਨੇ, ਪਰ ਪਾਰਟਿਕੂਲਰਲੀ ਛੋਟਾ ਮਸਲਾ ਸਿੱਖਿਆ ਦਾ ਇਹ ਨਹੀਂ ਹੈਗਾ, ਬੜਾ ਵੱਡਾ ਹੈ। BJP ਜਾ ਕੇ ਮੈਂ ਤੁਹਾਨੂੰ ਸ਼ਾਇਦ ਛੋਟਾ ਲੱਗਦਾ ਹੋਵੇ, ਨਹੀਂ ਲੱਗਦਾ ਛੋਟਾ ਇਹਨਾਂ ਨੂੰ, ਇਹਨਾਂ ਪਾਰਟੀਆਂ। ਮੇਰੀ ਇੱਕ ਬੇਨਤੀ ਮੰਨੋ, ਤੁਸੀਂ ਦੁਨੀਆ ਦੇ ਉੱਤੇ ਜੇ ਕੋਈ ਬੈਸਟ ਹੈਗਾ ਤਾਂ ਸਿੱਖਿਆ ਹੈ। ਮੈਂ ਤੁਹਾਨੂੰ ਰਿਲੈਕਸੇਸ਼ਨ ਦੇ ਰਿਹਾ ਮਨਮੋਹਨ ਸਿੰਘ ਜੀ, ਮੈਂ ਤੁਹਾਨੂੰ ਰਿਲੈਕਸੇਸ਼ਨ ਦੇ ਰਿਹਾ। ਨਹੀਂ, ਕਈ ਵਾਰ ਦਿਮਾਗ ਜਾਂਦਾ ਸਿੱਖਿਆ ਛੱਡੋ, ਸਿਹਤ ਦਾ ਕੋਈ, ਸਿਹਤ ਤੇ ਆ ਜਾਓ, ਹੈਲਥ ਤੇ ਆ ਜਾਓ। ਹੈਲਥ ਵਾਸਤੇ ਕੋਈ 2014 ਤੋਂ 22 ਤੱਕ ਕੋਈ ਕੰਮ ਕੀਤਾ ਹੋਵੇ? ਤੇ ਇਹਦੇ ਬਾਰੇ ਜਿਹੜਾ ਵਰਲਡ ਦਾ ਪੈਂਡੇਮਿਕ ਕਰੋਨਾ ਆਇਆ, ਇਹ ਵਾਹਦ ਭਾਰਤ ਦੇਸ਼ ਹੈ ਜਿੰਨੇ 150 ਕਰੋੜ ਤੋਂ ਵੱਧ ਵੈਕਸੀਨੇਸ਼ਨ ਨਾ ਹੀ ਆਪਣੇ ਸਿਰਫ ਨਹੀਂ ਕੀਤੀ, ਛੋਟੇ ਮੋਟੇ ਕਈ ਦੇਸ਼ਾਂ ਨੂੰ, ਅਮਰੀਕਾ ਤੱਕ, ਯੂਰਪ ਤੱਕ ਨੇ ਉਹ ਵੈਕਸੀਨੇਸ਼ਨ ਦਿੱਤੀ। ਰੈਗੂਲਰ ਵਰਕ ਜਿਹੜਾ ਹੁੰਦਾ ਰੈਗੂਲਰ, ਇਹ ਤਾਂ ਅਚਾਨਕ ਚੋਰ ਆ ਗਏ, ਆਪਾਂ ਨੇ ਚੱਕ ਕੇ ਡਾਂਗ ਮਾਰੀ ਕੇ ਸੋਟੀ ਮਾਰੀ, ਉਹ ਅਲੱਗ ਚੀਜ਼ ਹੈ। ਲਗਾਤਾਰ ਸੁਰੱਖਿਆ ਵਾਸਤੇ ਤੁਹਾਡੇ ਕੋਲ ਘਰ 'ਚ ਕੀ ਹੈ? ਤੁਹਾਡੇ ਕੋਲ ਇੱਕ ਤੁਹਾਨੂੰ ਦੱਸਾਂ
ਵੀ ਜਿਹੜੀ ਹੁਣ ਪਿਛਲੇ 2-2.5 ਸਾਲ ਸਾਰੇ ਵਰਲਡ ਨੇ ਤਰਾਸਦੀ ਇੱਕ ਸਦੀ ਦੀ ਸਭ ਕਰੋਨਾ ਦੇ ਵਿੱਚ ਸਫੀਸ਼ੀਐਂਟ ਵੀ ਕੰਮ ਵਧੀਆ ਹੋਇਆ। ਦੇਖੋ ਇਹ ਮਾਸਕ ਬਣਾਣੇ ਇੰਡੀਆ ਦੀ ਪ੍ਰਾਪਤੀਆਂ ਨੇ, ਮਤਲਬ ਪ੍ਰਾਪਤੀ ਨਹੀਂ ਹੈ। ਦੇਖੋ ਇਹ ਇੰਡੀਆ ਵਰਗੇ ਜਿਹੜਾ ਬੈਕਵਰਡ ਇੰਫਰਾਸਟ੍ਰਕਚਰ ਵਾਈਜ਼ ਔਰ ਜਿਸ ਪੂਰੇ 1 ਪੁਆਇੰਟ ਪ੍ਰੋਗਰਾਮ ਲੈ ਕੇ ਦੇਸ਼ ਵਾਸੀਆਂ ਦੀ ਸੁਰੱਖਿਆ ਦੇ ਲਈ ਕੰਮ ਕੀਤੇ ਗਏ, ਉਹਦੇ ਚ ਦੇਖੋ ਅਸੀਂ ਜੇ ਪੁਲਿਸ ਦੀ ਗੱਲ ਕਰੀਏ 1 to 1 ਸੁਰੱਖਿਆ ਕੋਈ ਨਹੀਂ ਦੇ ਸਕਦਾ। ਐਸੇ ਤਰੀਕੇ ਨਾਲ ਕੋਈ ਵੀ ਗਵਰਨਮੈਂਟ 1 to 1 ਕਵਰ ਕਦੇ ਵੀ ਨਹੀਂ ਦੇ ਸਕਦੀ। ਉਹ ਇੱਕ ਨੈਸ਼ਨਲ ਪਾਲਿਸੀ ਹੁੰਦੀ ਹੈ ਨੇ, ਇੱਕ ਟੀਮ ਵਰਕ ਹੁੰਦਾ ਹੈ। ਪਰ ਉਸ ਟੀਮ ਦੇ ਵਰਕ ਦੇ ਵਿੱਚ ਇੱਕ ਪ੍ਰਾਪਤੀ ਹੈ ਵੀ ਇੰਨੀ ਛੇਤੀ ਕਰੋਨਾ ਕੰਟਰੋਲ ਕਰ ਲਿਆ ਗਿਆ। ਅਮਰੀਕਾ ਵਰਗਾ ਦੇਸ਼ ਨਹੀਂ ਕਰ ਸਕਿਆ ਤੇ ਮੌਤਾਂ ਜ਼ਿਆਦਾ ਹੋਈਆਂ, ਸਾਡੇ ਦੇਸ਼ ਇਹਨੇ ਕੰਟਰੋਲ ਕਰ ਲਿਆ। ਨਹੀਂ ਤੁਸੀਂ ਦੇਖਿਆ ਨਹੀਂ, ਤੁਸੀਂ ਸੋਸ਼ਲ ਮੀਡੀਆ ਤੇ ਵੀ ਜੁੜੇ ਹੋਏ ਹੋਵੋਗੇ, ਤੁਸੀਂ 2020 ਦੇ ਵਿੱਚ ਦੇਖੀ ਨਹੀਂ ਮਾਈਗ੍ਰੇਸ਼ਨ ਕਿਵੇਂ ਹੋਈ ਹੈ? ਜਿਵੇਂ 1947 ਦਾ ਬਟਵਾਰਾ ਹੋਇਆ ਸੀਗਾ, ਜਾਂ ਕਦੇ ਕੋਈ ਦੰਗਿਆ ਹੋ ਗਿਆ, ਜਾਂ ਪਲਾਇਨ ਹੋ ਰਿਹਾ ਜਿਵੇਂ ਕਿ ਬੜਾ ਖਤਰਨਾਕ, ਉਹ ਤੁਸੀਂ ਦੇਖਿਆ ਨਹੀਂ ਕੀ ਹਾਲ ਰਿਹਾ ਹੈ? ਮੈਂ ਤੁਹਾਨੂੰ ਪਹਿਲੇ ਹੀ ਗੱਲ ਕੀਤੀ ਹੈ ਵੀ 1 to man ਸੁਰੱਖਿਆ ਜਾਂ ਕਵਰਿੰਗ, ਕਿਉਂਕਿ 135 ਕਰੋੜ ਦੀ ਆਬਾਦੀ ਹੋ ਚੁੱਕੀ ਹੈ ਤੇ ਇੱਕ ਜਿਹੜੀ ਨੈਸ਼ਨਲ ਕਲੈਮਿਟੀ ਇੱਕਦਮ ਪੈਂਦੀ ਹੈ। ਸਰਕਾਰਾਂ ਵੀ ਹੈ ਨੇ ਡਿਵਾਈਡੇਸ਼ਨ ਵਾਸਤੇ, ਉਹ ਉਨੀਆਂ ਸਟੇਟ ਵਾਈਜ਼ ਸਰਕਾਰਾਂ ਨੇ, ਅੱਗੇ ਜ਼ਿਲ੍ਹਾ ਪ੍ਰਸ਼ਾਸਨ ਨੇ, ਅੱਗੇ ਤਹਿਸੀਲ ਪ੍ਰਸ਼ਾਸਨ ਨੇ, ਬਲਾਕ ਪ੍ਰਸ਼ਾਸਨ ਨੇ, ਤੇ ਜਨਸੰਖਿਆ ਵਾਲੀ ਗੱਲ ਤਾਂ ਗੱਲੇ ਕੋਈ ਨਹੀਂ। ਉਹਨੇ ਉਹਨੂੰ ਸਾਹਮਣੇ ਵਾਸਤੇ ਐਡੀ ਵੱਡੀ ਹੋਈ ਹੈ, ਟੈਕਸ ਵੀ ਆ ਨਾ 135 ਕਰੋੜ ਦਾ ਬੰਦਾ ਟੈਕਸ ਵੀ ਦੇ ਰਿਹਾ ਰੋਜ਼ ਦਾ। ਨਹੀਂ ਤਾਂ ਪਤਾ ਕਿੰਨੇ ਟੈਕਸ ਪੇ ਰਹੇ ਨੇ ਇੰਡੀਆ ਦੇ ਵਿੱਚ 135 ਕਰੋੜ ਚੋਂ? ਪਤਾ ਤੁਹਾਨੂੰ? ਨਹੀਂ ਮੈਨੂੰ ਨਹੀਂ ਪਤਾ। ਮੈਂ ਮੁਝੇ ਗਵਰਨਮੈਂਟ 5 ਕਰੋੜ ਸਿਰਫ ਹੈ, ਸਿਰਫ 5 ਕਰੋੜ ਟੈਕਸ ਪੇਅਰ ਇੰਡੀਆ ਦੇ ਵਿੱਚ 5 ਕਰੋੜ ਨੇ। ਬਿਲਕੁਲ। ਤੁਸੀਂ ਟੈਕਸ ਪੇਅਰ ਕਿਹਨੂੰ ਮੰਨਦੇ ਹੋ? 80% ਹੈ। ਨਹੀਂ I am not saying about the income tax. I am not saying about the income. I am total GST ਕਿੰਨਾ ਜਾ ਰਿਹਾ ਮਹਾਰਾਜ? ਨਹੀਂ ਇੱਕ ਗੱਲ ਤੁਸੀਂ ਦੇਖੋ, ਜਿਹੜੀ ਮੈਂ ਸਕੂਟਰ ਚਲਾ ਕੇ ਆਇਆ ਨਾ, ਜੇ ਮੈਂ 10 ਰੁਪਏ ਦਾ ਤੇਲ ਫੂਕਿਆ ਤਾਂ ਉਹਦੇ ਵਿੱਚੋਂ ਕਿੰਨਾ ਟੈਕਸ ਗਿਆ ਗਵਰਨਮੈਂਟ ਨੂੰ? ਤੁਸੀਂ ਬੋਲ ਰਹੇ ਹੋ, ਮੈਂ ਬੋਲ ਰਿਹਾ, ਇਹਦੇ ਵਿੱਚ ਕੈਮਰਾ ਜਿੰਨੀ ਬਿਜਲੀ ਫੂਕ ਰਿਹਾ ਉਹ 'ਚ ਕਿੰਨਾ ਟੈਕਸ ਜਾਏਗਾ? ਆਈ ਐਮ ਨਾਟ ਸੇਇੰਗ ਅਬਾਊਟ ਜਸਟ ਫॉर ਦਾ ਇਨਕਮ ਟੈਕਸ। ਜਦੋਂ ਵੀ ਟੈਕਸਾਂ ਦੀ ਗੱਲ ਹੁੰਦੀ ਹੈ ਨਾ, ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ ਜੀ, ਇੱਕ ਡਾਇਰੈਕਟ ਟੈਕਸ ਜੀ, ਇੱਕ ਇਨਡਾਇਰੈਕਟ ਟੈਕਸ। ਮੈਂ ਸਾਰਿਆਂ ਦੀ ਗੱਲ ਕਰ ਰਿਹਾ, ਗਵਰਨਮੈਂਟ ਕੋਲ ਕਿੰਨਾ ਜਾ ਟੈਕਸਾਂ ਦੀ ਮੇਰੀ ਸਟੱਡੀ ਹੈ, ਮੈਂ ਮਾਹਰ ਇਹਨਾਂ ਕੰਮਾਂ ਦਾ। ਜੀ ਜੀ ਦੱਸੋ ਫਿਰ। ਹਾਂਜੀ ਮੈਂ ਤਾਂ ਹੀ ਕਹਿੰਦਾ ਮੈਨੂੰ ਨਹੀਂ ਪਤਾ। ਜਦੋਂ ਅਸੀਂ ਟੈਕਸ ਪੇਅਰ ਦੀ ਗਿਣਤੀ ਗਿਣਦੇ ਆ ਨਾ, ਉਦੋਂ ਵਰਲਡ ਬੈਂਕ ਦੇ ਨੋਰਮਸ ਦੇ ਮੁਤਾਬਕ ਅਸੀਂ ਦੇਖਦੇ ਆ ਵੀ ਡਾਇਰੈਕਟ ਟੈਕਸ ਪੇਅਰਸ ਕਿੰਨੇ ਨੇ। ਡਾਇਰੈਕਟ, ਚਲੋ ਡਾਇਰੈਕਟ ਦੀ ਗੱਲ ਕਰ ਲਓ। ਇਨਕਮ ਟੈਕਸ ਪੇਅਰਸ ਨੂੰ ਡਾਇਰੈਕਟ ਟੈਕਸ ਪੇਅਰ ਕਿਹਾ ਜਾਂਦਾ ਹੈ, ਕਿਉਂਕਿ ਬਾਕੀ ਤਾਂ ਗਵਰਨਮੈਂਟ ਸਿਰਫ ਡਾਇਰੈਕਟ ਟੈਕਸ ਪੇਅਰ ਨਾਲ ਥੋੜੀ ਚੱਲਦੀ ਹੈ। ਇਨਡਾਇਰੈਕਟ ਦੀ ਜਿਹੜੀ ਹੋਇਆ ਉਹ ਨਹੀਂ, ਐਕਚੁਅਲੀ ਉਹ ਜਿਹੜੇ ਇਨਡਾਇਰੈਕਟ ਟੈਕਸਿਸ ਨੇ ਨਾ, ਜਿਹੜੇ ਉਹ ਤੁਹਾਡੀ ਰੋਜ਼ਮਰਿਆ ਦਾ ਜ਼ਿੰਦਗੀ ਦਾ ਹਿੱਸਾ ਨੇ। ਉਹ ਤੁਸੀਂ ਇੱਕ ਮਾਚਿਸ ਦੀ ਤੀਲੀ ਵੀ ਲਵੋਗੇ, ਉਹ 'ਚ ਟੈਕਸ ਹੁੰਦਾ ਤੇ ਉਹ ਫਿਰ ਗਵਰਨਮੈਂਟ ਦੇ ਕੰਮ ਨਹੀਂ ਹੁੰਦਾ। ਉਹ ਸਾਰਾ ਗਵਰਨਮੈਂਟ ਉਹਦੇ ਚੋਂ ਮਤਲਬ ਕਿ ਨਹੀਂ 2014 ਤੋਂ 22 ਤੱਕ ਕੋਈ ਸਿੱਖਿਆ ਵਾਸਤੇ ਕਮਾਲ ਕਰ ਸਕਦੀ ਵੀ ਸਵਾਲ ਤਾਂ ਕਰੇ ਕੋਈ ਮਾੜਾ ਜਿਹਾ ਸਾਡੀ ਪਾਰਟੀ ਨੂੰ, ਅਸੀਂ ਪਟਕ ਦੇ ਕੇ ਮਾਰਾਂਗੇ ਮੂਹਰੇ ਕੱਢ ਕੇ। ਤੁਸੀਂ ਇੱਕ ਪੁੱਛਿਆ ਮੈਨੂੰ, ਮੈਂ ਤਾਂ 2014 ਦਾ ਅਲੱਗ, 15 ਦਾ ਅਲੱਗ, 16 ਦਾ ਅਲੱਗ ਕਰੂੰਗਾ। ਐਦਾਂ ਦਾ ਕੰਮ ਕੀਤਾ ਹੋਵੇ ਕੋਈ? ਨਹੀਂ ਨਹੀਂ, ਡੈਫੀਨਿਟਲੀ ਤੁਹਾਡਾ ਬਹੁਤ ਅੱਛਾ ਸਵਾਲ ਹੈ। ਪਰ ਇੱਕ ਗੱਲ ਦੱਸੋ, ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦਾ, ਸਾਡੇ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਦਰਿਆ ਪੂਜਨੀਏ ਉਹ ਗੰਗਾ ਹੈ ਜੀ। ਜਿਹੜੇ ਕਹਿੰਦੇ ਸ਼ਿਵ ਦੇ ਸਿਰ ਚੋਂ ਨਿਕਲੀ ਸੀ, ਸ਼ਿਵ ਗੰਗਾ ਤੋਂ ਸ਼ੁਰੂ ਹੋ ਕੇ। ਉਹ ਤੁਹਾਡਾ ਵਿਸ਼ਵਾਸ ਹੋ ਸਕਦਾ ਆਪਣਾ ਆਪਣਾ? ਨਹੀਂ, ਇੱਕ ਚਲੋ ਜੋ ਤਥਾ ਕਥਿਤ ਸਾਰੀਆਂ ਜਿਵੇਂ ਵੀ ਹੈ, ਜੋ ਮਿਥੋਲੋਜੀ ਹੈ, ਹਿਸਟਰੀ ਹੈ, ਕੀ ਹੈ, ਉਹ ਅਲੱਗ ਚੀਜ਼ ਹੈ, ਆਪਾਂ ਉੱਥੇ ਨਾ ਜਾਈਏ। ਉਹਦੇ ਵਿੱਚ ਵੀ ਅੱਜ ਸਾਫ਼ ਹੋ ਗਈ ਗੰਗਾ। ਇੰਨੀ ਜ਼ਿਆਦਾ ਪ੍ਰਦੂਸ਼ਣ ਹੋ ਚੁੱਕੀ ਹੈ, ਬੜਾ ਤਕੜਾ ਉਹ ਸੀ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਇਹ ਲੱਗੇ ਵੀ ਨੇ, ਪਰ ਹਾਲੇ ਵੀ ਕਾਫੀ ਕੰਮ ਅਧੂਰਾ ਹੈ। ਨਹੀਂ ਕੰਮ ਚੱਲਿਆ ਹੈ ਉਹਦਾ? ਮੇਰੀ ਨੌਲੇਜ ਤਾਂ ਨਹੀਂ ਚੱਲਿਆ। ਦੇਖੋ ਨਹੀਂ, ਕਰੋੜਾਂ ਰੁਪਏ ਦੇ ਖਰਚ ਕੀਤੇ ਗਏ ਨੇ ਵੱਡੇ ਵੱਡੇ ਲੀਡਰਾਂ ਵੱਲੋਂ ਮੈਨੀਫੈਸਟੋ ਦੇ ਵਿੱਚ, ਉਹਦਾ ਇੱਕ ਅਲੱਗ ਤੋਂ ਬਜਟ ਰੱਖਿਆ ਸੀ। ਉਹ ਪਤਾ ਕੀ ਗੱਲ ਹੈ, ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰ ਦਰਦ। ਜਦ ਇੰਨੇ ਵੱਡੇ ਕਿੰਨਾ ਉਹਦਾ ਏਰੀਆ ਹੈ, ਕਿੰਨਾ ਕੁਝ ਕਵਰ ਕਰਦੇ ਨੇ। ਨਹੀਂ ਤੁਸੀਂ ਗੱਲ ਤੋਰੀ ਆ ਨਾ, ਮੈਂ ਕਿਤੇ ਸ਼ਾਇਦ ਕੁਝ ਲੱਭ ਗਿਆ ਕੁਝ ਨਾ, ਉਹ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਵੀ ਐਡੀ ਵੱਡੀ ਮਹਾਨਦੀ ਜਿਹੜੀ ਤੇ ਅਸੀਂ ਪੂਜਦੇ ਵੀ ਆ, ਇਸ਼ਨਾਨ ਵੀ ਕਰਦੇ ਆ, ਅੱਜ ਤੱਕ ਸਾਡੇ 90% ਹਿੰਦੂ ਕਮਿਊਨਿਟੀ ਦੇ ਬੰਦੇ ਉੱਥੇ ਫੁੱਲ ਤਾਰਨ ਜਾਂਦੇ ਨੇ ਹਰਿਦੁਆਰ ਜੀ। ਉਹ ਈਵਨ ਦੈਨ ਉਹਦੇ ਕਿੰਨੇ ਗੰਦੀਆਂ ਨਲੀਆਂ, ਸਾਰੇ ਸੀਵਰੇਜ ਉਹਦੇ ਵਿੱਚ ਪੈ ਰਿਹਾ, ਪਰ ਗੰਗਾ ਤਾਂ ਵੀ ਗੰਗਾ ਹੈ। ਇਸੇ ਤਰੀਕੇ ਦੇ ਨਾਲ ਕੋਈ ਵੀ ਪਾਰਟੀ ਹੋਵੇ, ਬੇਸ਼ੱਕ ਨਹੀਂ ਤੁਸੀਂ ਕੰਪੈਰੀਜ਼ਨ ਨਾ ਕਰੋ ਇਦਾਂ ਕਿਸੇ ਦਾ, ਕੋਈ ਤੁਹਾਡੇ ਨਾਲ ਕਰ ਦੂਗਾ, ਬਿਲਕੁਲ ਹੋਸ਼ ਆਵਾਜ਼ ਨਾਲ ਧਾਰਮਿਕ ਦੋਸ਼ ਲਾਉਂਦੇ ਲੋਕ ਵੀ ਗੰਗਾ ਨਾਲ ਕੰਪੈਰੀਜ਼ਨ ਕਰਦਾ ਬੀਜੇਪੀ ਦਾ। ਨਾ ਨਾ, ਬੀਜੇਪੀ ਨਹੀਂ ਮੈਂ ਕਹਿ ਰਿਹਾ, ਮੈਂ ਕਿਤੇ ਐਂ ਕਹਿ ਰਿਹਾ ਵੀ ਵੱਡੀ, ਮੈਂ ਬੀਜੇਪੀ ਦਾ ਨਾਂ ਨਹੀਂ ਲੈ ਰਿਹਾ। ਮੈਂ ਕਿਹਾ ਜੇ ਐਡੀ ਵੱਡੀ ਨੈਚੁਰਲ ਚੀਜ਼ ਦੇ ਵਿੱਚ ਇੱਕ ਦੂਸ਼ਿਤ ਹੋ ਜਾਂਦੇ ਨੇ ਸਾਰੇ, ਤਾਂ ਛੋਟੀਆਂ ਮੋਟੀਆਂ ਪਾਰਟੀਆਂ ਦੇ ਵਿੱਚ ਹੁਣ ਦੇਖੋ ਕਿਹੜੀ ਪਾਰਟੀ ਹੈ ਜਿਹਦੇ ਚ ਕਲਪਰੇਟ ਨਹੀਂ, ਕ੍ਰਿਮੀਨਲ ਨਹੀਂ, ਜੋ ਹੈਗੇ ਨੇ ਤਾਂ ਗੰਦੀਆਂ ਨਾਲੀਆਂ ਹੀ ਨੇ ਨਾ। ਮੈਂ ਤੁਹਾਨੂੰ ਰੋਲੀ ਕਿਉਂ ਤੁਹਾਨੂੰ ਪੇਸ਼ ਕਰ ਰਿਹਾ ਐਕਚੁਅਲੀ। ਔਰ ਕਈ ਵਾਰੀ ਤੁਹਾਡਾ ਘੜਾ ਬੜਾ ਵੱਡਾ ਹੋਵੇ, ਇੱਕ ਛੋਟਾ ਜਿਹਾ ਛੇਦ ਕਰ ਦਿਓ, ਉਹ ਸਾਰਾ ਘੜਾ ਖਾਲੀ ਕਰ ਦਿੰਦਾ ਜੀ। ਐਸੇ ਤਰੀਕੇ ਦੇ ਨਾਲ ਅੱਜ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ,
ਜੇ ਤੁਸੀਂ 14 ਤੋਂ ਲੈ ਕੇ ਹੁਣ ਤੱਕ ਦਾ ਸਾਰੇ ਬਜਟ ਨੂੰ ਐਨਾਲਿਸਿਸ ਕਰੋ ਤੇ ਡੇ ਬਾਈ ਡੇ ਬੜੇ ਸਿਸਟੇਮੈਟਿਕਲੀ ਸਾਰੇ ਕੰਮਾਂ ਦਾ ਲੱਗਿਆ ਇਹ ਕਿੱਥੇ ਹੈ ਵਾਲੇ- ਉਹ? ਪਤਾ ਕੀ ਗੱਲ ਹੈਗੀ ਹੈ, ਮੈਂ ਕਲੈਕਸ਼ਨ ਦੀ ਨਹੀਂ ਗੱਲ ਕਰ ਰਿਹਾ ਜੀ, ਮੈਂ ਮੋਦੀ ਅਪਲਾਈ ਕਿੱਥੇ ਹੋਇਆ? ਪਤਾ ਇੱਕ ਤੁਹਾਨੂੰ ਗੱਲ ਦੱਸ ਨਾ, ਇਹ ਗੱਲ ਕਰਨੀ ਸੌਖੀ ਹੁੰਦੀ ਹੈ। ਹੁਣ ਅਸੀਂ ਕਹਿੰਦੇ ਆ ਵੀ ਉਹ ਸਵੱਛਤਾ ਦਾ ਮੁਹਿੰਮ ਚੱਲਦੀ ਇਹੀ ਤਾਂ ਕਹਿੰਦੇ ਆ ਅਸੀਂ ਵੀ, ਗੱਲ ਕਰਨੀ ਸੌਖੀ ਹੁੰਦੀ ਹੈ, ਉਹਨੂੰ ਨਿਭਾਉਣਾ ਬੜਾ ਔਖਾ। 2 ਕਰੋੜ ਨੌਕਰੀਆਂ ਕਹਿ ਦੇਣਾ ਸਾਲ ਚ ਦਵਾਂਗੇ। ਸਵੱਛਤਾ ਮੁਹਿੰਮ ਜਿਹੜੀ ਚੱਲੀ ਹੈ, ਸਵੱਛ ਭਾਰਤ, ਸਵੱਛ ਭਾਰਤ ਸਿੰਘ, ਤੁਹਾਨੂੰ ਪਤਾ ਵੀ 9 ਕਰੋੜ ਲੋਕਾਂ ਕੋਲ ਅੱਜ ਵੀ ਸ਼ੌਚ ਜਾਣ ਲਈ ਲੇਡੀਜ਼ ਕੋਲ ਨਹੀਂ ਹੈਗੀਆਂ। ਤੁਹਾਡੀ ਗਵਰਨਮੈਂਟ 2014 ਤੋਂ ਚੱਲ ਰਹੀ ਹੈ, ਕਿਉਂ ਨਹੀਂ ਹੈਗੀ? ਯੂ ਆਰ ਰਿਸਪੌਂਸਿਬਲ ਫॉर दैट, ਨਾਟ ਮੀ। 2014 ਤੋਂ ਨਹੀਂ, ਤੁਸੀਂ ਇਕੱਲੇ 2014 ਮੋਦੀ ਨੂੰ ਨਹੀਂ ਕਹਿ ਸਕਦੇ। ਇਹ 70 ਤੁਹਾਡੇ ਕੋਲ ਗੱਦੀ ਹੈ ਮਹਾਰਾਜ। 70 ਸਾਲ ਜਿਨ੍ਹਾਂ ਬੰਦਿਆਂ ਨੇ ਦੇਸ਼ ਤੇ ਰਾਜ ਕੀਤਾ। ਨਹੀਂ, ਅੱਜ ਦੀ ਗੱਲ ਕਰੋ, ਮੈਂ ਕਹਿੰਦਾ ਉਹ ਜ਼ਿਆਦਾ ਕਸੂਰਵਾਰ ਨੇ ਜਿਨ੍ਹਾਂ ਨੇ ਲੰਮਾ ਸਮਾਂ ਕੀਤਾ। ਪਰ ਅੱਜ ਦਾ ਸਵਾਲ ਤਾਂ ਮੈਂ ਉਸ ਤੇ, ਅੱਜ ਦੇ ਸਵਾਲ ਤਾਂ ਸਾਰਾ ਮੈਂ ਕਿਉਂ, ਕੋਈ ਵੀ ਸਵਾਲ ਹੋਊਗਾ ਅਸਤੇ ਹੋਊਗਾ। ਜੇ 9 ਕਰੋੜ ਹੱਦੇ ਵੀ ਇਹ ਹਾਲਾਤ ਹੈ ਕਿ 9 ਕਰੋੜ ਦੀ ਆਬਾਦੀ ਸਾਡੇ ਕੋਲ, ਉਹਦੇ ਕੋਲ ਜਿਹੜੀ ਮੁੱਢਲੀਆਂ ਜ਼ਰੂਰਤਾਂ ਜਿਹਨਾਂ ਨੂੰ ਕਹਿੰਦੇ ਹੈ ਨਾ, ਜਿਹੜੀਆਂ ਉਹਨੇ ਪ੍ਰਾਇਮਰੀ ਨੀਡਸ ਨੇ, ਉਹ ਨਹੀਂ ਪੂਰੀਆਂ, ਤਾਂ ਅੱਜ ਦੀ ਗਵਰਨਮੈਂਟ ਹੈ ਨਾ ਨੀਡ ਜੇ 2014 ਤੋਂ ਹੁਣ ਤੱਕ। ਨਹੀਂ ਤੁਸੀਂ ਸੁਣੋ ਨਾ, ਇਹ ਮੈਂ ਤੁਹਾਨੂੰ 2014 ਡਾਟਾ ਦੇ ਰਿਹਾ 9 ਕਰੋੜ ਦਾ। ਅੱਜ ਉਹਨਾਂ ਚੋਂ 6 ਕਰੋੜ ਨੂੰ ਸ਼ੌਚ ਮਿਲ ਚੁੱਕੇ ਨੇ। ਇਹ ਮੋਦੀ ਗਵਰਨਮੈਂਟ ਦੀ ਬੜੀ ਵੱਡੀ ਪ੍ਰਾਪਤੀ ਹੈ। ਅਸੀਂ ਗੈਸ ਕਨੈਕਸ਼ਨ ਸੀ ਜਿਹੜੇ ਆਮ ਲੋਕੀ ਜੰਗਲਾਂ ਚੋਂ ਤੋੜ ਕੇ ਸਾਰੀਆਂ, ਖਾਸ ਉਹਦੇ ਕੰਮ ਲੀਡਰ ਨੂੰ ਕਰਨੇ ਪੈਂਦੇ ਸੀ, ਔਰ 7 ਕਰੋੜ ਤੋਂ ਜ਼ਿਆਦਾ ਜਿਹੜੇ ਸਿਲੰਡਰ ਨੇ ਉਹ ਗਰੀਬਾਂ ਨੂੰ ਉਹਦੇ ਵਿੱਚ ਵੰਡੇ ਜਾ ਚੁੱਕੇ ਨੇ। ਉਹ ਜਿਹੜੀਆਂ ਨੀਡਸ ਨੇ ਉਹ ਠੀਕ ਹੈ, ਇਹ ਗਿਣਤੀ 'ਚ ਤੁਸੀਂ ਗਿਣਦੇ ਬਹੁਤ ਹੋ, ਸਾਰੇ ਹੀ ਗਿਣਦੇ ਨੇ ਪਾਰਟੀਆਂ ਵਾਲੇ, ਪਰ ਉਹ ਐਡਾ ਵੱਡਾ ਕੋਈ ਪ੍ਰਾਪਤੀ ਨਹੀਂ ਹੁੰਦੀ ਐਡੀ ਵੱਡੀ ਪਾਰਟੀ ਦੀ, ਐਡੀ ਵੱਡੀ। ਇਹ ਤਾਂ ਆਪਣੀ ਸੋਚ ਹੈ ਨਾ, ਪੈਸਾ ਤਾਂ ਲੱਗਦਾ ਨਾ। ਨਹੀਂ, ਉਹ ਮੋਦੀ ਸਾਹਿਬ ਦੀ ਗੱਲ ਹੈ, ਕਹਿੰਦੇ ਵੱਡਾ ਸੋਚੋ। ਉਹ ਪ੍ਰਾਈਮ ਮਿਨਿਸਟਰ ਕਹਿੰਦੇ ਛੋਟੀ ਗੱਲ ਨਾ ਕਰੋ, ਵੱਡੀ ਗੱਲ ਕਰੋ। 15 ਲੱਖ ਕਰੋੜ ਦੀ ਛੋਟੀ ਮੋਟੀ ਗੱਲ ਨਹੀਂ ਬਰਸਾਤ ਹੁੰਦੀ ਹੈ ਨਾ ਜਦੋਂ, ਸਭ ਤੋਂ ਪਹਿਲਾਂ ਉਹ ਪਾਣੀ ਸਭ ਤੋਂ ਨੀਵੇਂ ਥਾਂ 'ਚ ਭਰਦਾ। ਬਿਲਕੁਲ, ਇਹ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਨਹੀਂ, ਅਸੀਂ ਤਾਂ ਮੋਦੀ ਸਾਹਿਬ ਤੋਂ ਸਿੱਖੀਆਂ ਨਹੀਂ ਗੱਲਾਂ, ਅਸੀਂ ਨਾ ਮੋਦੀ ਸਾਹਿਬ ਤੋਂ ਸਿੱਖੀ ਹੈ ਗੱਲ ਵੀ ਛੋਟੀ ਗੱਲ ਨਾ ਕਰੋ, ਕਦੇ ਵੀ ਗੱਲ ਕਰੋ ਵੱਡੀ। 2 ਕਰੋੜ ਨੌਕਰੀਆਂ ਇੱਕ ਸਾਲ 'ਚ 200 ਜਿਹੜੀਆਂ ਉਹ ਆਪਾਂ ਸਮਾਰਟ ਸਿਟੀਜ਼ ਬਣਾਉਣ ਦੀ ਗੱਲ ਕਰੋ, ਛੋਟੀ ਮੋਟੀ ਗੱਲ ਨਾ ਕਹਿੰਦੇ ਕਰੋ। ਕੋਈ ਹੋਇਆ ਇਸ ਤਰ੍ਹਾਂ ਦਾ ਕੁਝ? ਕੋਈ ਨੌਕਰੀ ਮਿਲੀ ਤੁਹਾਡੇ ਅਨੰਦਪੁਰ ਸਾਹਿਬ ਦੇ ਵਿੱਚ? ਕੋਈ ਨੇੜੇ ਤੇੜੇ ਦੇ ਕਿਸੇ ਬੰਦੇ ਨੂੰ ਕੋਈ ਮਿਲੀ ਹੋਵੇ ਸੈਂਟਰ ਗਵਰਨਮੈਂਟ ਦੀ ਜੌਬ? ਕੋਈ ਪਤਾ ਹੋਵੇ ਕਿਸੇ ਆਲੇ ਮੁਹੱਲੇ ਦਾ? 2 ਕਰੋੜ ਨੌਕਰੀਆਂ ਦੀ ਕਿਹਾ ਸੀ ਇੱਕ ਸਾਲ 'ਚ। ਤੁਹਾਨੂੰ ਇਹ ਕਹਿਣਾ ਚਾਹਨਾ ਵੀ ਮੇਰਾ ਇੱਕ ਕਾਰਨ ਸਰਕਾਰ ਬੀਜੇਪੀ ਜੁਆਇਨ ਕਰਨ ਦਾ ਇਹ ਹੈ, ਪਾਰਟੀ ਦੇ ਕਰਨ ਦਾ, ਵੀ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਉਹ ਕਰਵਾ ਲਈਏ, ਪ੍ਰੈਕਟੀਕਲੀ। ਕੀ ਕਰ ਸਕਦੇ? ਮੇਰਾ ਇੱਕ ਮਕਸਦ ਇਹ ਹੀ ਹੈ, ਅੱਜ ਤੱਕ ਜਿਹੜੇ ਧੱਕੇ, ਮੈਂ ਹੁਣ ਤੁਹਾਨੂੰ ਪੰਜਾਬ ਦੀ ਗੱਲ ਕਰਦਾ, 1966 ਦੇ ਵਿੱਚ ਜਦੋਂ ਹਿਮਾਚਲ ਨਿਕਲਿਆ, ਜਦੋਂ ਹਰਿਆਣਾ ਨਿਕਲਿਆ, ਦੇ ਵਿੱਚੋਂ ਹਿਮਾਚਲ ਦੇ ਕੋਲ ਇੱਕ ਸਿਰਫ ਸ਼ਿਮਲਾ ਸੀ, ਇੱਕ, ਬਾਕੀ ਸਾਰੀਆਂ ਪਹਾੜੀਆਂ ਸੀ, ਇੱਕ ਵੀ ਇੰਡਸਟਰੀ ਨਹੀਂ ਹੈਗੀ ਸੀ ਉਦੋਂ। ਉਹ ਸਾਰੀਆਂ ਅੱਜ ਇੰਡਸਟਰੀਆਂ ਬਣ ਗਈਆਂ। ਕਿਉਂ? ਉੱਥੇ ਲੀਡਰਸ਼ਿਪ ਨੇ ਕੰਮ ਕੀਤਾ, ਉੱਥੇ ਲੋਕਾਂ ਨੇ ਕੰਮ ਕੀਤਾ। ਉਹ ਦਿਖਦਾ ਜੀ, ਉਹ ਆਪਾਂ ਗੱਲ ਨਾ ਤੁਰੀਏ, ਇੰਟਰਵਿਊ ਨਾ ਲੰਬੀ ਹੋ ਜਾਏ। ਇਹ ਨਹੀਂ ਤੁਹਾਡੀ ਇਹੀ ਗੱਲ, ਤੁਹਾਡੀ ਇਹ ਸੰਬੰਧ ਸਿੱਧਾ ਨੌਕਰੀ ਨਾਲ ਸੰਬੰਧ ਹੈਗਾ ਦੇ ਵਿੱਚ। ਕਿਉਂ ਪੰਜਾਬ ਨਾਲ ਵਿਤਕਰਾ, ਕਿਉਂ ਧੱਕਾ, ਕਿਉਂ? ਇਹ ਤੁਹਾਡਾ ਬੜਾ ਲੜੋਗੇ ਲੜਾਈ, ਤੁਸੀਂ ਲੜੋਗੇ ਇਸ ਵਾਸਤੇ, ਲੜਾਈ ਲੜੋਗੇ? ਕਿਸ ਤਰ੍ਹਾਂ ਲੜਾਈ ਲੜੋਗੇ ਆਪਦੀ ਗਵਰਨਮੈਂਟ ਦੇ ਨਾਲ? ਬਿਲਕੁਲ, ਮੇਰਾ ਮਕਸਦ ਇਹ ਹੀ ਹੈ। ਸਲੂਟ ਇਸ ਗੱਲੋਂ, ਜਿਹੜੇ ਧੱਕਾ ਪੰਜਾਬ ਦੇ ਨਾਲ ਕੀਤਾ ਗਿਆ ਤੱਕ 75 ਸਾਲ ਦੇ ਵਿੱਚ, ਜਿਹਨਾਂ ਤੋਂ 45 ਸਾਲ ਕਾਂਗਰਸ ਨੇ ਕੀਤਾ, 25 ਸਾਲ ਅਕਾਲੀਆਂ ਨੇ ਕੀਤਾ, ਤੇ 5 ਸਾਲ ਰਾਸ਼ਟਰਪਤੀ ਰਾਜ ਲਾਗੂ ਰਿਹਾ, ਉਹਦੇ ਲਈ ਵੀ ਕਾਂਗਰਸ ਜ਼ਿੰਮੇਵਾਰ ਰਹੀ। ਅਕਾਲੀ ਦਲ ਦੇ ਨਾਲ ਬੀਜੇਪੀ ਦਾ ਨਾਮ ਵੀ ਲਓ ਨਾ, ਉਹ ਅਲਾਈਅੰਸ ਤੇ ਰਹੇ ਨੇ ਹੁਣ ਤੱਕ ਜਿੰਨੀ ਸਾਲ ਰਾਜ ਕੀਤਾ। ਅਕਾਲੀਆਂ ਦਾ ਰਾਜ ਤਾਂ ਆਇਆ ਨਹੀਂ, ਅਲੱਗ ਹੋਣ ਤੋਂ ਬਾਅਦ ਤਾਂ ਹਾਲੇ ਨਹੀਂ। ਪਤਾ ਕੀ ਗੱਲ ਹੈ, ਇੱਕ ਜਨਤਾ ਪਾਰਟੀ ਵੀ ਰਹੀ ਹੈ ਪਹਿਲਾਂ, ਉਦੋਂ ਬੀਜੇਪੀ ਜਨਤਾ ਦੇ 117 ਦੇ ਵਿੱਚੋਂ ਜੇ ਤੁਸੀਂ 10 ਜਾਂ 11 ਐਮਐਲਏ ਜਿੱਤ ਗਏ ਉਹਨਾਂ ਦੇ, ਤੇ ਉਹਦੇ ਵਿੱਚ ਜਦ ਸੈਂਟਰ ਜਦੋਂ ਸੈਂਟਰ 'ਚ ਸਰਕਾਰ ਨਹੀਂ ਹੁੰਦੀ ਨਾ ਕਿਸੇ ਦੀ ਵੀ, ਅੱਜ ਇੱਕ ਬੀਜੇਪੀ ਜੁਆਇਨ ਕਰਨ ਦਾ ਮੇਰਾ ਮਕਸਦ ਇਹ ਵੀ ਹੈ, ਕਿਉਂਕਿ ਡਬਲ ਇੰਜਨ ਸਰਕਾਰ ਬਣ ਸਕਦੀ ਹੈ। ਡਬਲ ਇੰਜਨ ਇਹ ਹੁੰਦਾ ਹੈ ਵੀ ਇੱਕ ਸਟੇਟ 'ਚ ਬਣ ਜਾਵੇ, ਇੱਕ ਸੈਂਟਰ 'ਤੇ ਬਣ ਜਾਵੇ। ਸਮਝ ਗਿਆ ਮੈਂ, ਹਾਂਜੀ ਹਾਂ। ਮੈਂ ਕਿਤੇ ਇੱਕ ਮੋਦੀ ਤੇ ਇੱਕ ਕੈਪਟਨ ਵੀ ਉਹ ਇੰਜਨ ਹੋਣ। ਤੁਸੀਂ ਇੱਕ ਗੱਲ ਦੱਸੋ, ਚਲੋ ਮੈਂ ਕੱਲ ਡਿਸਕਸ ਕੀਤਾ ਸੀ ਵੀ ਅਕਾਲੀ ਦਲ ਕਿਉਂ ਨਹੀਂ, ਠੀਕ ਹੈ, ਉਹ ਸਾਰਾ ਤੁਸੀਂ ਪਾਰਟ ਆ ਗਿਆ, ਆਪਾਂ ਕਰ ਦਿੰਦੇ ਗੱਲ ਉਹਦੇ ਬਾਰੇ। ਸੈਕਿੰਡ ਪਾਰਟ ਆ ਗਿਆ, ਮੈਂ ਪਾਰਟੀ ਲਵਾਂਗਾ ਕਾਂਗਰਸ, ਜਿਹੜੇ ਦੋਵਾਂ ਨੇ ਆਪਸ ਬਦਲ ਕੇ। ਠੀਕ ਹੈ, ਤੁਸੀਂ ਕਰ ਲਓ, ਡਿਬੇਟ ਕਰ ਲਓ ਉਸ ਪਾਸੇ ਨੂੰ ਵੀ, ਉਹ ਕਾਂਗਰਸ ਕਿਉਂ ਨਹੀਂ। ਚਲੋ ਆਪਾਂ ਫਿਰ ਬਹੁਤੀ ਲੰਬੇ ਨਾ ਹੋ ਜਾਏ ਨਾ। ਨਹੀਂ ਬਹੁਤੀ ਨਹੀਂ, ਤੁਸੀਂ ਪਹਿਲੇ ਹੀ ਆਪਾਂ ਥੋੜਾ ਟਾਈਮ ਲਗਾ ਚੁੱਕੇ ਹਾਂ। ਮੇਰੇ ਅੱਜ ਦਾ ਜਿਹੜਾ ਮਕਸਦ ਸੀ ਨਾ, ਉਹ ਸਿਰਫ ਮੈਂ ਆਪ ਕਹਿ ਰਿਹਾ ਵੀ ਤੁਹਾਨੂੰ ਵੀ ਮੌਕਾ ਮਿਲੇ ਨਾ ਬੜੀ ਗੱਲ ਕਹਿਣ ਦਾ, ਵੀ ਤੁਸੀਂ ਦੱਸੋ ਵੀ ਕਾਂਗਰਸ ਕਿਉਂ ਨਾ ਆਵੇ। ਹੈਗਾ ਵੀ ਕਾਂਗਰਸ ਜਿਹਨੇ 45 ਤੇ 50 ਸਾਲ ਤਕਰੀਬਨ ਰਾਜ ਕੀਤਾ, ਪੰਜਾਬ ਦੇ ਅੰਮ੍ਰਿਤਸਰ 'ਚ ਟੈਕਸਟਾਈਲ ਸੀ ਜਿਹੜੀ ਵਰਲਡ ਤੱਕ ਜਾਂਦੀ ਸੀ, ਖਤਮ ਹੋ ਗਈ ਅੱਜ। ਜਲੰਧਰ ਦੇ ਵੀ ਸਪੋਰਟਸ ਗੁੱਡ ਸੀ, ਸਾਇੰਟੀਫਿਕ ਗੁੱਡ ਸੀ, ਉਹ ਖਤਮ ਹੋ ਗਈਆਂ ਅੱਜ। ਲੁਧਿਆਣੇ ਦੀ ਹੋਜ਼ਰੀ ਬੰਬੇ ਨੂੰ ਕਿ ਵਰਲਡ ਨੂੰ ਮਾਤ ਪਾਉਂਦੀ ਸੀ, ਕਿੱਥੇ ਗਈਆਂ? ਸਾਡੀ ਸਾਰੀ ਇੰਡਸਟਰੀ ਪਲਾਨ ਕਰ ਗਈ। ਔਰ ਪੰਜਾਬ ਦੇ ਪਾਣੀਆਂ ਦੇ ਨਾਲ, ਕਿਸਾਨਾਂ ਦੇ ਨਾਲ, ਇੰਡਸਟਰੀ ਦੇ ਨਾਲ ਜਿੰਨਾ ਧੱਕਾ ਤੇ ਬੇਇਨਸਾਫੀ ਹੋਈ ਹੈ, ਸ਼ਾਇਦ ਕਿਸੇ ਨੇ ਹੋਰ ਸਟੇਟ 'ਚ ਨਹੀਂ ਹੋਈ। ਬਹਾਨਾ ਕੀ ਸੀ ਵੀ ਬਾਰਡਰ ਸਟੇਟ ਹੈ ਤੇ ਲਗਾ ਨਹੀਂ ਸਕਦੇ।
ਕੱਲਾ ਇਹ ਸਟੇਟ ਨਹੀਂ ਹੈਗਾ ਸੀ। ਹਿਮਾਚਲ ਵੀ ਬਾਰਡਰ ਲੱਗਦਾ ਚਾਈਨਾ ਦਾ, ਤੇ ਟ੍ਰਾਇੰਗੂਲਰ ਉੱਤੇ ਕਾਊਂਟ ਪੈਂਦਾ ਸਾਰਾ ਆ ਕੇ। ਹਰਿਆਣਾ 'ਚ ਲੜਾਈ ਸ਼ੁਰੂ ਹੋ ਜਾਵੇ ਫਿਰ 50 100 2 ਮੀਲ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ। ਬੀਜੇਪੀ ਨੇ ਕੀ ਕੀਤਾ ਇਹਨਾਂ ਮੁੱਦਿਆਂ ਤੇ? ਬੀਜੇਪੀ ਨੇ ਕੀ ਕੀਤਾ? ਸੈਂਟਰ ਦੇ ਵਿੱਚ ਬੀਜੇਪੀ ਗਵਰਨਮੈਂਟ ਹੈ, ਪੰਜਾਬ ਦੇ ਵਿੱਚ ਕਾਂਗਰਸ ਹੈ, ਪਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਬੇਸ਼ੱਕ ਨਹੀਂ, ਪਰ ਤੁਹਾਡੇ ਵਾਸਤੇ ਆਵਾਜ਼ ਉਠਾਉਣ ਵਾਸਤੇ ਤਾਂ ਮੀਡੀਆ, ਸੋਸ਼ਲ ਮੀਡੀਆ ਕਿੰਨਾ ਹੈ ਕੁਛ ਹੈਗਾ। ਤਾਂ ਬੀਜੇਪੀ ਪੰਜਾਬ ਦੇ ਤੁਹਾਡੇ ਅਸ਼ਵਨੀ ਸ਼ਰਮਾ ਜੀ ਨੇ ਜਾਂ ਜਿਹੜੇ ਹੋਰ ਲੀਡਰਸ ਨੇ ਜਿਹੜੇ ਉਹਨਾਂ ਨੇ ਕੀ ਕੀਤਾ ਇਸ ਦੇ ਵਿਰੁੱਧ, ਇਸ ਜ਼ਬਰ ਦੇ ਵਿਰੁੱਧ ਆਵਾਜ਼ ਉਠਾਉਣ ਵਾਸਤੇ ਪਿਛਲੇ ਸਾਲਾਂ 'ਚ? ਕੁਝ ਵੀ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਫਿਰ? ਇਹ ਇਸੇ ਕਰਕੇ ਇੱਕ ਨਵਾਂ ਪੰਜਾਬ ਦਾ ਕਨਸੈਪਟ ਜਿਹੜਾ ਆਇਆ ਹੈ। ਮੇਰੀ ਬੀਜੇਪੀ ਦੇ ਵੱਲ ਜਿਹੜੀ ਰੁਚੀ ਹੈ ਸਿਰਫ ਜਦੋਂ 3 ਕਾਨੂੰਨ ਵਾਪਸ ਲਏ ਗਏ ਮੋਦੀ ਜੀ ਵੱਲੋਂ 19 ਨਵੰਬਰ ਗੁਰੂ ਨਾਨਕ ਸਾਹਿਬ ਗੁਰਪੁਰਬ ਤੋਂ ਬਾਅਦ, ਉਸ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਕੁਝ ਚੇਂਜ ਕਰ ਰਹੇ ਨੇ ਇਹਨਾਂ ਨੇ। ਫਿਰ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਸਿੱਖਾਂ ਦੇ ਲਈ। ਨਵਜੋਤ ਸਿੱਧੂ ਕਹਿੰਦਾ ਮੈਂ ਖਿਲਾਇਆ ਕਾਂਗਰਸ ਦੇ। ਸੈਂਟਰ ਤੋਂ ਬਗੈਰ ਕਦੀ ਕੋਈ ਕੰਮ ਨਹੀਂ ਹੁੰਦਾ। ਕਈ ਜੋ ਮਰਜ਼ੀ ਕੋ ਜਾਵੇ, ਜਦ ਤੱਕ 2 ਗਵਰਨਮੈਂਟ ਮੈਂ ਨਹੀਂ ਕਹਿੰਦਾ, ਮੈਂ ਉਹਦਾ ਵਕੀਲ ਨਹੀਂ ਉਹਦਾ, ਉਹ ਕਹੀ ਜਾਵੇ ਪਰ ਜਿਹੜੀ ਸਹੀ ਠੀਕ ਹੈ, ਮੈਂ ਉਹਦੇ ਰੋਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਹਨੇ ਐਫਰਟ ਸ਼ੁਰੂ ਕੀਤੇ, ਅੱਛੀ ਗੱਲ ਹੈ ਤੁਹਾਡੀ, ਮੈਨੂੰ ਚੰਗੀ ਲੱਗੀ। ਫਲ ਪਾਇਆ ਨਰਿੰਦਰ ਮੋਦੀ ਨੇ, ਜੋ ਨਾ ਸੁਣਦਾ ਅੱਜ ਤੱਕ ਬੜੇ ਬੰਦੇ ਰੋਲਾ ਪਾਉਂਦੇ ਰਹੇ, ਕਿਉਂ ਨਹੀਂ ਖਲਵਾ ਸਕੇ? ਕਾਂਗਰਸ ਸਰਕਾਰ ਸੀ, ਨਹੀਂ ਸੋਚ ਕਿਸੇ ਦੇ, ਪਹਿਲਾਂ ਵੀ ਗਵਰਨਮੈਂਟ ਆਉਂਦੀਆਂ ਰਹੀਆਂ। ਮੈਂ ਤੇ ਕਹਿੰਦਾ ਵੀ ਹਰ ਇੱਕ ਗੱਲ ਦਾ ਇੱਕ ਸਮਾਂ ਹੁੰਦਾ, ਇੱਕ ਕੰਮ ਹੋਣਾ। ਹੁਣ ਮਤਲਬ ਡਬਲ ਇੰਜਨ ਦੀ ਸਰਕਾਰ ਸੈਂਟਰ ਦੇ ਵਿੱਚ ਤਾਂ 24 ਤੱਕ ਰਹਿਣੀ ਬੀਜੇਪੀ ਸਰ, 24 ਤੱਕ ਪੰਜਾਬ ਦੇ ਵਿੱਚ ਮਤਲਬ ਕਿ ਬੀਜੇਪੀ ਦੀ ਗਵਰਨਮੈਂਟ ਬਣ ਜਾਵੇ, ਫਿਰ ਫਾਇਦਾ। ਮੈਂ ਤਾਂ ਇਹੀ ਇਸੇ ਕਿਵੇਂ ਲਾਉਂਗੇ ਲੋਕਾਂ ਨੂੰ? ਇਹ ਤਾਂ ਤੁਸੀਂ ਕਹਿਤਾ ਵੀ ਕੱਲ ਤੁਸੀਂ ਅਕਾਲੀ ਦਲ ਨੂੰ ਕਹਿ ਗਏ ਵੀ ਉਹਨੂੰ ਕਿਉਂ ਨਹੀਂ ਵੋਟ ਪਾਣੀ, ਅੱਜ ਤੁਸੀਂ ਕਹਿੰਦੇ ਹੋ ਵੀ ਹੁਣ ਆਪਾਂ ਕਰ ਲਾਂਗੇ ਡਿਸਕਸ ਵੀ ਕਾਂਗਰਸ ਨੂੰ ਕਿਉਂ ਨਹੀਂ ਪਾਉਣੀ, ਆਪ ਨੂੰ ਕਿਉਂ ਨਹੀਂ ਪਾਉਣੀ। ਬਿਲਕੁਲ ਬੀਜੇਪੀ ਨੂੰ ਵੋਟ ਪਾਓ ਇਹ ਕਹਿਣ ਵਾਸਤੇ ਕਿਵੇਂ ਜਾਓਗੇ ਲੋਕਾਂ ਦੇ ਵਿੱਚ, ਕਿਵੇਂ ਦੱਸੋਗੇ? ਸੈਂਟਰ ਦੀ ਮੈਂ ਗਿਣਾ ਚੁੱਕੇ ਹਾਂ। ਇੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਲਾਇਆ ਹੋਇਆ, ਪਿਛਲੀ ਵਾਰ 4.5 ਸਾਲ ਦਾ ਮੁੱਖ ਮੰਤਰੀ, ਜਿਹਦੀ ਘਰ ਘਰ ਰੁਜ਼ਗਾਰ ਨੂੰ ਲੋਕ ਸਵਾਲ ਉੱਠ ਰਹੇ ਨੇ, ਜਿਹਦੀ 2500 ਪੈਨਸ਼ਨ ਨੂੰ ਕੁਝ ਨਹੀਂ ਹੋਇਆ, ਜਿਹਦੀ 51000 ਰੁਪਏ ਸ਼ਗਨ ਸਕੀਮ ਦਾ ਕੱਖ ਨਹੀਂ ਹੋਇਆ, ਮਤਲਬ ਕਿ ਕੋਈ ਕਰਜ਼ੇ ਦੀ ਮਾਫੀ ਨਹੀਂ ਐਡੀ ਹੋਈ। ਜਿਹੜਾ ਕਹਿੰਦਾ ਸੀ ਆੜਤੀਆਂ ਤੇ ਵੀ ਆਪਾਂ ਕਰਦਾ ਫਿਰ ਦਾਂਗੇ, ਡਬਲ ਗੱਪਾਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਗੱਪਾਂ ਵੀ, ਪੰਜਾਬ ਸਰਕਾਰ ਦੀਆਂ ਪੁਰਾਣੀਆਂ ਗੱਪਾਂ ਵੀ, ਇਹਨਾਂ ਦਾ ਜਵਾਬ ਕਿਵੇਂ ਦੋਗੇ? ਲੋਕਾਂ ਨੂੰ ਵੋਟ ਲਓਗੇ ਤਾਂ ਹੀ ਨਾ ਗਵਰਨਮੈਂਟ ਬਣੂ, ਕਿਵੇਂ ਬਣੂਗੀ, ਕਿਵੇਂ ਦੋਗੇ? ਬਿਲਕੁਲ ਤੁਸੀਂ ਛੱਡੋ, ਤੁਸੀਂ ਉਹ ਕਹਿੰਦੇ ਹੋ ਇਹਦਾ ਜਵਾਬ ਦਿਓ ਮੇਰੇ ਕੋਲ। ਨਹੀਂ ਮੈਂ ਸੁਣੋ ਮੇਰੀ ਸਵਾਲ ਸੁਣੋ। ਨੋ ਮੈਨੂੰ ਜਵਾਬ। ਦੂਜੀ ਪਾਰਟੀਆਂ ਨੂੰ ਵੋਟ ਕਿਉਂ ਨਹੀਂ ਪਾਉਣੀ, ਗੱਲਬਾਤ ਤੁਹਾਨੂੰ ਕਿਉਂ ਪਾਉਣੀ ਹੈ? ਪਹਿਲਾਂ ਜਵਾਬ ਦੇਣ ਦਿਓ। ਤੁਸੀਂ ਕੈਪਟਨ ਦੀ ਗੱਲ ਕੀਤੀ ਹੈ। ਜੀ ਕੈਪਟਨ ਦਾ ਕੀ ਬੁਰਾ ਹੋਇਆ? ਆਜੋ। ਇਹ ਸ਼ੱਕ ਬੀਜੇਪੀ ਨੇ ਕੈਪਟਨ ਨੂੰ ਨਾਲ ਲਾ ਲਿਆ ਜਾਂ ਉਹ ਨਾਲ ਰਲ ਗਿਆ, ਜਾਂ ਪਹਿਲਾਂ ਇਹ ਰਲ ਗਿਆ, ਪਹਿਲੇ ਨਾਲ ਰਲੇ ਹੋਏ ਸਨ। ਪਰ ਮੈਂ ਇਸ ਨੂੰ ਬੀਜੇਪੀ ਦੀ ਇੱਕ ਗਲਤੀ ਕਵਾਂਗਾ। ਵੈਰੀ ਗੁੱਡ। ਉਹਨੇ ਕੈਪਟਨ ਵਰਗੇ ਬੰਦੇ ਨੂੰ, ਗੱਦਾਰਾਂ ਨੂੰ, ਜਿਹੜੇ ਪੰਜਾਬ ਦੇ 4 ਸਾਲ ਨਹੀਂ ਬਣੇ, ਮੈਂ ਕੱਲ ਵੀ ਇਹ ਗੱਲ ਕੀਤੀ ਸੀ ਵੀ ਜਿਹੜੇ ਯਾਰ ਇੱਕ ਸਿੱਧੂ ਨੇ ਜੱਫੀ ਪਾ ਲਈ ਉੱਥੇ ਬਾਜੇ ਨੂੰ ਜਾਂ ਇਮਰਾਨ ਖਾਨ ਨੂੰ, ਕ੍ਰਿਕਟਰ ਸੀ, ਪਲੇਅਰ ਸੀ, ਇੱਕ ਨੈਚੁਰਲ ਗੱਲ ਹੁੰਦਾ। ਤੇ ਜਿਹਨੇ ਅਰੂਸ਼ਾ ਖਾਨ ਆਪਣੇ ਕਾਲਿਕ ਫੌਰਨ ਦੀ ਨਾਗਰਿਕ ਆਪਣੇ ਘਰ ਕਿੰਨੇ ਸਾਲ ਰੱਖੀ, ਤੇ ਮੈਨੂੰ ਕੋਈ ਝਿਜਕ ਨਹੀਂ। ਇੱਕ ਜੱਫੀ ਪਾਉਣ ਵਾਲਾ ਜੇ ਗੁਨਾਹਗਾਰ ਹੈ ਤੇ ਤੂੰ ਕਿੰਨੀਆਂ ਕਮਾਈਆਂ ਹੋਣਗੀਆਂ? ਫਿਰ ਜਦੋਂ ਵੀ ਅਸੀਂ ਕਿਸੇ ਦੇਸ਼ ਦਾ ਕੋਈ ਰਾਜ ਲੈਂਦੇ ਆ ਨਾ, ਅਸੀਂ ਔਰਤ ਦੇ ਰਾਹੀਂ ਉਹ ਜਸੂਸੀ ਕਰਵਾਉਂਦੇ ਆ। ਔਰ ਮੈਂ ਤਾਂ ਇਸ ਖਿਆਲ ਦਾ ਹਾਮੀ ਆ ਵੀ ਮੈਂ ਮੋਦੀ ਸਾਹਿਬ ਕੋਲ ਜਾਣਾ ਹੈ, ਉਹਨੂੰ ਮਿਲਣਾ ਹੈ, ਉਹਨੂੰ ਪੁੱਛਣਾ ਹੈ ਵੀ ਇਹ ਅਰੂਸ਼ਾ ਕਦੋਂ ਇਹਨੂੰ ਵੀਜ਼ੇ ਮਿਲੇ, ਕਿੱਥੇ ਜਾਣ ਦੇ ਮਿਲੇ, ਤੇ ਐਕਚੁਅਲੀ ਕਿੱਥੇ ਘੁੰਮੀ। ਪੰਜਾਬ 'ਚ ਮਿਲੇ, ਰਾਜਸਥਾਨ 'ਚ ਘੁੰਮਦੀ ਰਹੀ, ਹਿਮਾਚਲ 'ਚ ਘੁੰਮਦੀ ਰਹੀ, ਕਿਉਂ? ਦੇਖੋ ਗਲਤ ਗੱਲ ਗਲਤ, ਠੀਕ ਗੱਲ ਠੀਕ। ਔਰ ਮੈਨੂੰ ਇਹ ਲੱਗਦਾ ਹੈ ਕਈ ਵਾਰੀ ਇਹੋ ਜਿਹੀਆਂ ਗੱਲਾਂ ਟੌਪ ਤੱਕ ਨਹੀਂ ਪੁੱਜਦੀਆਂ, ਥੱਲੇ ਰਹਿ ਜਾਂਦੀਆਂ ਨੇ, ਕਿਉਂਕਿ ਜਿੰਨਾ ਵੱਡਾ ਰੈਂਕ ਹੁੰਦਾ ਉਹਨੂੰ ਨਹੀਂ ਇੰਨਾ ਕੰਮਾਂ ਲਈ ਟਾਈਮ ਨਹੀਂ ਮਿਲਦਾ। ਇਸ ਕਰਕੇ ਕੈਪਟਨ ਜਿਹਨੂੰ ਤੇ ਪਾਰਟੀ ਦਾ ਨਾਮ ਨਹੀਂ ਰੱਖਣਾ ਆ, ਪੰਜਾਬ ਲੋਕ ਕਾਂਗਰਸ, ਉਹਨੂੰ ਇਹ ਵੀ ਨਹੀਂ ਪਤਾ ਵੀ ਪੰਜਾਬ ਦੇ ਲੋਕ ਤਾਂ ਕਾਂਗਰਸ ਚਾਹੁੰਦੇ ਹੀ ਨਹੀਂ, ਫੇਰ ਉਹ ਨਾਂ ਰੱਖ ਦਿੱਤਾ, ਕੋਈ ਫਾਇਦਾ ਨਹੀਂ। ਤਾਂ ਬਹੁਤ ਉਹ ਕਰਤਵਾ ਲਾਉਂਦਾ ਇਹਨਾਂ ਤੇ ਐਮਪੀ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਵਾਲੇ। ਹਾਂਜੀ, ਉਹ ਕਹਿੰਦੇ ਪੰਜਾਬ ਲੋਕ ਕਾਂਗਰਸ ਨਾਮ ਰੱਖ ਲਿਆ, ਨਾ ਇਹਦੇ 'ਚ ਪੰਜਾਬ ਹੈ, ਨਾ ਲੋਕ ਨੇ, ਨਾ ਕਾਂਗਰਸ ਹੈ। ਬਿਲਕੁਲ ਸਹੀ ਗੱਲ ਹੈ। ਮੈਂ ਤਾਂ ਦੇਖੋ ਮੈਂ ਗੱਲ ਸੁਣੀ ਨਹੀਂ, ਪਰ ਮੈਂ ਆਪਣੇ ਵਿਚਾਰ ਕਰ ਰਿਹਾ, ਇਹ ਸੱਚਾਈ ਹੈ। ਠੀਕ ਹੈ। ਔਰ ਮੈਂ ਕਾਂਗਰਸ ਨੂੰ ਦੋਸ਼ੀ ਕਿਉਂ ਗਿਣਦਾ, ਖਾਸ ਤੌਰ ਤੇ ਪੰਜਾਬ ਵੱਲੋਂ? ਮੈਂ ਉਹਦੇ ਚੋਣ ਨਿਸ਼ਾਨ ਪੰਜੇ ਨੂੰ ਖੂਨੀ ਪੰਜਾ ਕਹਿੰਦਾ, ਕਿਉਂਕਿ ਖੂਨ ਦੇ ਨਾਲ ਲੱਥ-ਪੱਥ ਹੈ। ਇਹ ਲੋਕਾਂ ਗਰੀਬਾਂ ਦੀ ਕਰਪਸ਼ਨ ਦੇ ਨਾਲ ਲੱਥ-ਪੱਥ ਹੈ। ਇਹ ਉਹ ਪੰਜਾ ਜਿਹਨੇ ਅਕਾਲ ਤਖਤ ਸਾਹਿਬ ਢਾਇਆ, ਇਹ ਉਹ ਪੰਜਾ ਜਿਹਨੇ ਦਰਬਾਰ ਸਾਹਿਬ ਢਾਇਆ, ਉੱਥੇ ਪਾਠ ਕਰਦੇ ਗ੍ਰੰਥੀਆਂ ਤੇ ਗੋਲੀਆਂ ਮਾਰੀਆਂ, ਤੇ ਗੁਰੂ ਗ੍ਰੰਥ ਸਾਹਿਬ ਦੀ ਗੋਲੀਆਂ ਮਾਰੀਆਂ। ਇਸ ਤੋਂ ਵੱਡਾ ਨਹੀਂ। ਉਸ ਤੋਂ ਬਾਅਦ ਜੋ ਦਿੱਲੀ ਵਿੱਚ ਕੀਤਾ, ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਾਂਗਰਸ ਦਾ ਰਾਜ ਸੀ, ਉਹਨਾਂ ਨੇ ਸਿੱਖ ਚੁਣ ਕੇ ਕਤਲੋਗਾਤ ਕੀਤੀ। ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਪੁਰਾਣੀਆਂ ਨੇ ਪਰ ਪੁਰਾਣੀਆਂ ਨਹੀਂ। ਮੈਂ ਮੇਰੀ ਗੱਲ ਪੂਰੀ ਸੁਣੋ। ਇਹ ਗੱਲਾਂ ਜਿਹੜੀਆਂ ਨਾ ਸਿਰਫ ਸਿੱਖੀਜ਼ਮ ਦੇ ਨਹੀਂ, ਸਿੱਖਾਂ ਦੇ ਨਹੀਂ, ਜਿਹੜੇ ਵੀ ਬਾਕੀ ਵੀ ਹਿੰਦੁਸਤਾਨੀ ਨੇ, ਉਹਨਾਂ ਦੇ ਖੂਨ 'ਚ ਰਚ ਚੁੱਕੀਆਂ। ਸਭ ਨੂੰ ਪਤਾ ਕੀ ਕੀਤਾ, ਬਿਲਕੁਲ ਕਿਹੜੇ ਢੰਗ ਨਾਲ ਕਿਹਨੇ ਕੀ ਕੀਤਾ। ਬਿਲਕੁਲ
ਇਹਨਾਂ ਨੇ ਕੀ ਕੀਤਾ ਮੈਂ ਤੁਹਾਨੂੰ ਦੱਸਿਆ ਵੀ ਇਹ ਤਾਂ ਇੱਕ ਖੁੱਲੀ ਕਿਤਾਬ ਹੋਈ ਪਈ ਆ, ਕੱਲਾ ਕੱਲਾ ਬੱਚਾ ਜਾਣਦਾ ਕਿਹੜੇ ਲੈਵਲ ਦਾ ਕੀਤਾ। ਦਰਬਾਰ ਸਾਹਿਬ ਦਾ ਹਮਲਾ, ਦਿੱਲੀ ਦੇ ਸਿੱਖ ਕਤਲੇਆਮ ਹੋਇਆ, ਜੋ ਡਰੇਨਾਂ ਤੇ ਪੁਲਾਂ ਤੇ ਝੂਠੇ ਮੁਕਾਬਲੇ ਹੋਏ, ਕੋਈ ਨਹੀਂ ਲੁਕਿਆ ਛਿਪਿਆ ਰਿਹਾ। ਪਰ ਇਹਦੇ ਵਿੱਚ ਇੱਕ ਪਿੱਛੇ ਹੱਲਾਸ਼ੇਰੀ ਦੇਣ ਵਾਲੀ ਧਿਰ ਵੀ ਸੀ, ਉਹ ਲੁਕਿਆ ਛਿਪਿਆ ਸੀ, ਜਿਹੜਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਮੰਨਿਆ। ਉਪ ਪ੍ਰਧਾਨ ਮੰਤਰੀ ਬੀਜੇਪੀ ਦੇ ਲਾਲ ਕ੍ਰਿਸ਼ਨ ਅਡਵਾਨੀ ਨੇ ਮੰਨਿਆ ਕਿ ਅਸੀਂ ਇੰਦਰਾ ਗਾਂਧੀ ਤਾਂ ਹਮਲਾ ਕਰਦੀ ਨਹੀਂ ਸੀ, ਅਸੀਂ ਉਹਨੂੰ ਮਜਬੂਰ ਕੀਤਾ ਹਮਲਾ ਕਰਨ ਵਾਸਤੇ। ਆਹ ਮੰਨਦੇ ਆ ਤੇ ਉਸ ਪਾਰਟੀ ਤੁਸੀਂ ਜੁਆਇਨ ਕੀਤਾ। ਬਾਰੇ ਮੈਂ ਅੱਗੇ ਵੀ ਸੁਣਿਆ। ਠੀਕ ਹੈ, ਨਹੀਂ ਸੁਣਿਆ ਨਹੀਂ ਹੈਗਾ, ਪ੍ਰੂਫ ਹੈ। ਮੈਂ ਤਾਂ ਸੁਣਿਆ ਤਾਂ ਹੀ ਹੈਗਾ, ਤਾਂ ਹੀ ਸੁਣਿਆ। ਉਹਦੇ ਵਿੱਚ ਕੀ ਹੈ, ਇੱਕ ਗੱਲ ਦੱਸੋ। ਹੁਣ ਮੇਰਾ ਇੱਕ ਦੋਸਤ ਸੀ, ਉਹਨੂੰ ਕਿਸੇ ਨੇ ਕਿਸੇ ਬਾਰੇ ਕੰਨ ਭਰ ਦਿੱਤੇ ਤੇ ਉਹ ਕਹਿੰਦਾ ਵੀ ਯਾਰ ਉਹਨੇ ਉਂਗਲ ਦੇਤੀ। ਉਹ ਕੋ ਬੰਦਾ ਬੋਲਿਆ ਯਾਰ ਤੈਨੂੰ ਮੈਂ ਉਂਗਲ ਲੈਣ ਲੱਗਦਾ। ਇੰਦਰਾ ਗਾਂਧੀ ਘੱਟੋ ਘੱਟ ਸ਼ਖਸੀਅਤ ਉਹ ਸੀ। ਨਹੀਂ ਮੈਂ ਬਰੀ ਨਹੀਂ ਕਰ ਰਿਹਾ, ਮੈਂ ਪਹਿਲਾਂ ਹੀ ਕਹਿੰਦਾ ਉਹ ਤਾਂ ਮੈਂ ਜੇ ਕਰ ਵੀ ਦਵਾਂ ਤਾਂ ਮੈਂ ਤਾਂ ਕੀ ਹੈ, ਇਸ ਬਹੁਤ ਵੱਡੇ ਲੈਵਲ ਦਾ ਬੰਦਾ ਵੀ ਕਹਿ ਦੇਵੇ ਤਾਂ ਲੋਕਾਂ ਨੇ ਮੰਨਣਾ ਥੋੜੀ ਹੈ। ਤਾਂ ਸਾਹਮਣੇ ਹੈ ਮੈਨੂੰ ਜੋ ਕੀਤਾ। ਮੌਕੇ ਦੇ ਮੁਤਾਬਕ ਉਹ ਅਡਵਾਨੀ ਬਿਆਨ ਦੇ ਗਿਆ ਵੀ ਵੋਟਾਂ ਲੈਣ ਦੇ ਲਈ। ਅੱਛਾ, ਵੋਟਾਂ ਲੈਣ ਲਈ ਬਿਆਨ ਦੇ ਗਿਆ। ਨਹੀਂ ਇਹ ਕੀ ਹੈ, ਜਦੋਂ ਤੱਕ ਬੰਦਾ ਤੁਹਾਡੇ ਵਿੱਚ ਆ ਕੇ ਬਹੁਤ ਸੱਚਾ ਬਣ ਜਾਂਦਾ, ਜਦ ਨਿਕਲ ਜਾਂਦਾ ਝੂਠਾ, ਤਾਂ ਅਡਵਾਨੀ ਵਿੱਚ ਸੀ ਤਾਂ ਉਹ ਸੱਚ ਸੀ, ਹੁਣ ਬਾਹਰ ਹੈ। ਅੱਜ ਦਾ ਇੱਕ ਤਰ੍ਹਾਂ ਦਾ ਬਾਹਰ ਹੈ, ਡਾਇਰੈਕਟਲੀ ਬਾਹਰ ਨਹੀਂ ਹੈ। ਅੱਜ ਦਾ ਨਹੀਂ, ਹਮੇਸ਼ਾ ਉਂਗਲ ਦੇਣ ਵਾਲਾ ਨਹੀਂ, ਉਂਗਲ ਲੈਣ ਵਾਲਾ ਜ਼ਿੰਮੇਵਾਰ ਹੁੰਦਾ। ਕਰਵਾਇਆ ਕਿੰਨੇ, ਫੌਜ ਕਿੰਨੇ ਭੇਜੀ, ਸਿੱਖ ਕਿੰਨੇ ਮਰਵਾਏ। ਜੇ ਉਹਨੇ ਦਰਬਾਰ ਸਾਹਿਬ ਅਟੈਕ ਕਰ ਦਿੱਤਾ, ਉਸ ਤੋਂ ਬਾਅਦ ਕਤਲ ਕਰਤੀ ਉਹਨੇ ਕਰਵਾਈ, ਨਹੀਂ ਝੁਠਲਾ ਸਕਦਾ, ਕਤਲ ਉਹਨੇ ਕਰਵਾਈ, ਗਲਾਂ 'ਚ ਤਿਆਰ ਉਹਨੇ ਹੋਏ, ਆਪ ਕਾਲਾ ਕਰਾਏਗਾ ਜੋ ਕਿ ਬੰਦਾ ਕਹੇਗਾ ਵੀ ਇਹ ਗੱਲ ਝੂਠ ਹੈ। ਜਿਹੜੇ 84 ਦੇ ਦੰਗਾਈ ਸੀ, ਅੱਜ ਤੱਕ ਇਨਸਾਫ ਨਹੀਂ ਦਿੱਤਾ ਕਾਂਗਰਸ ਨੇ। ਕਿਹਨੇ ਦਵਾਇਆ? ਮੋਦੀ ਨੇ ਦਵਾਇਆ। SIT ਬਣਾਈ, ਉਹਨੂੰ 5-5 ਲੱਖ ਦਾ ਕਲੇਮ ਦਵਾਇਆ। ਉਹ ਜਿਹੜੇ ਪੈਂਡਿੰਗ ਕੇਸ ਸੀ ਦੁਬਾਰਾ ਓਪਨ ਕਰਵਾ ਕੇ ਉਹਨੂੰ ਸਜ਼ਾਵਾਂ ਦਵਾਈਆਂ ਸਿੱਖਾਂ ਦੇ ਲਈ। ਅੱਜ ਜਿੰਨਾ ਕੁਛ ਉਹ ਕਰ ਰਿਹਾ ਹੋਰ ਅੱਜ ਤੱਕ ਕਿਸੇ ਵੀ ਪਾਰਟੀ ਦੇ ਕਿਸੇ ਬੰਦੇ ਨੇ ਨਹੀਂ ਕੀਤਾ। ਮੈਂ ਕਿਉਂ ਅਟਰੈਕਟ ਹੋਇਆ? ਮੈਂ 2 ਸਾਲਾਂ ਦੇ ਕਾਲੇ ਕਾਨੂੰਨਾਂ ਵੇਲੇ ਜਦੋਂ ਹੋਏ, ਮੈਂ, ਮੇਰਾ ਬੇਟਾ, ਮੇਰੀ ਬੇਟੀ, ਅਸੀਂ ਉੱਥੇ ਪਾਣੀ ਦੇ ਵਿੱਚ ਸੁੱਤੇ, ਪੋ ਮੰਗਦੇ ਰਾਤਾਂ ਸੁੱਤੇ। ਅਸੀਂ, ਮੇਰਾ ਬੇਟਾ ਇੱਕ ਸੁਪਰੀਮ ਕੋਰਟ ਦਾ ਲਾਇਰ ਹੈ। ਵੈਰੀ ਗੁੱਡ। ਉਸ ਬੰਦੇ ਨੇ ਓਪਨ ਲੈਟਰ ਲਿਖੀ ਸੁਪਰੀਮ ਕੋਰਟ ਨੂੰ, UN ਵੀ ਲਿਖੀ। ਉਹ ਐਜ਼ PIL ਟ੍ਰੀਟ ਹੋਈ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਝਾੜਾਂ ਪਾਈਆਂ ਤੇ ਸ਼ਾਇਦ ਮੈਂ ਸਭ ਤੋਂ ਜ਼ਿਆਦਾ ਉਹ ਅੱਗੇ ਹੋਵਾਂਗਾ ਜਿੰਨੇ ਵੱਧ ਤੋਂ ਵੱਧ BJP ਨੂੰ ਤੇ ਮੋਦੀ ਸਾਹਿਬ ਨੂੰ ਗਾਲਾਂ ਕੱਢੀਆਂ। ਪਰ ਅੱਜ ਦੇ ਹਾਲਾਤਾਂ ਦੇ ਵਿੱਚ ਕਾਂਗਰਸ ਕਿਉਂ ਨਹੀਂ? ਹੁਣ ਤੁਹਾਨੂੰ ਚਾਹੀਦਾ ਕੋਈ ਸੌਦਾ, ਤੁਸੀਂ ਦੁਕਾਨ ਕੋ ਚਾਹੀਦਾ, ਤੁਸੀਂ ਵਿਚਰਨਾ ਜਾਰੀ ਰੱਖੋ ਗੱਲ। ਇਹ ਕਾਂਗਰਸ ਕਿਉਂ ਨਹੀਂ ਵਾਲਾ ਨਾ ਵਿੱਚ ਨਹੀਂ ਉਹ ਚਾਲ ਚੱਲ ਹੀ ਰਹੇਗਾ ਕਿਉਂਕਿ ਉਹੀ ਦੁਕਾਨਦਾਰ। ਨਹੀਂ ਮੈਂ ਆਪਣੀ ਗੱਲਾਂ ਕਹੀ ਜਾ ਰਿਹਾ। ਬਿਲਕੁਲ ਠੀਕ ਹੈ, ਤੁਹਾਡੀ ਗੱਲ ਰਹਿ ਜਵੇ ਬਾਅਦ ਚ, ਕਿਉਂਕਿ ਇੰਟਰਵਿਊ ਲੰਬੀ ਹੋ ਰਹੀ ਹੈ ਆਪਣੀ। ਇਹ ਹੈ ਵੀ ਉਹੀ ਦੁਕਾਨਦਾਰ ਤੁਹਾਨੂੰ ਚੀਜ਼ ਦੇ ਸਕਦਾ ਜਿਹਦੇ ਕੋਲ ਹੈਗੀ ਹੈ। ਅੱਜ ਪੰਜਾਬ ਦੀਆਂ ਹੱਕੀ ਮੰਗਾਂ ਜੋ ਬੇਇਨਸਾਫੀ ਹੋਈਆਂ, 3 ਲੱਖ ਕਰੋੜ ਦਾ ਕਰਜ਼ਾ ਹੈ, ਕਾਂਗਰਸ ਮਾਫ ਕਰ ਸਕਦੀ ਹੈ? ਨਹੀਂ ਕਰ ਸਕਦੀ। ਅਕਾਲੀ ਕਰ ਸਕਦੇ ਨੇ? ਨਹੀਂ ਕਰ ਸਕਦੇ। ਕਿਹਨਾਂ ਦਾ ਹੋਇਆ? 3 ਲੱਖ ਕਰੋੜ ਪੰਜਾਬ ਤੇ ਕਰਜ਼ਾ ਹੈ। ਉਹਨੂੰ ਜੇ ਅਸੀਂ ਘਟਾਣਾ ਹੈ, ਮਾਫ ਕਰਨਾ ਹੈ ਜਾਂ ਕੁਝ ਕਰਨਾ ਹੈ, ਅੱਜ ਪੰਜਾਬ 'ਚ ਇੰਡਸਟਰੀ ਬਿਲਕੁਲ ਨਹੀਂ ਹੈਗੀ। ਨਹੀਂ ਵਾਜਪਾਈ ਦੇ ਸਮੇਂ ਵੀ ਸੀਗਾ ਕਰਜ਼ਾ, ਤਾਂ ਉਦੋਂ ਘੱਟ ਸੀ। ਨਹੀਂ ਇਹ ਦੇਖੋ ਕੁਆਂਟੀ ਦੇਖੋ, ਘੱਟ ਸੀ। ਕੁਆਂਟੀਆਂ ਦੇਖੋ ਦਿਹਾੜੀ ਦੀ ਗੱਲ ਹੈ। ਅੱਜ ਮਜ਼ਦੂਰ ਦੀ ਦਿਹਾੜੀ 400 ਹੈ, 2002 ਦੇ ਵਿੱਚ ਮਜ਼ਦੂਰ ਦੀ ਦਿਹਾੜੀ 130 ਰੁਪਏ ਸੀ, ਪਰ ਉਹਦੀ ਵੈਲਿਊ ਬਰਾਬਰ ਸੀ। ਜੇ ਅੱਜ 3 ਲੱਖ ਕਰੋੜ ਕਰਜ਼ਾ ਤਾਂ 2002 ਦੇ ਵਿੱਚ 80 ਲੱਖ ਜਿੰਨਾ ਵੀ ਹੋਏਗਾ, ਬਿਲਕੁਲ ਹੈ ਨਾ, 80,000 ਕਰੋੜ ਹੋਏਗਾ, ਤਾਂ ਪਰ ਇਕੁਅਲ ਹੀ ਸੀਗਾ। ਉਹਦੀ ਵੈਲਿਊ ਮਨੀ ਦੀ ਘਟਦੀ ਵੱਧਦੀ ਰਹਿੰਦੀ ਹੈ। ਪਰ ਉਦੋਂ ਵਾਜਪਾਈ ਸਾਹਿਬ ਨੇ ਨਹੀਂ ਕੀਤਾ, ਫਿਰ ਮੋਦੀ ਸਾਹਿਬ ਨੇ ਨਹੀਂ ਕੀਤਾ। ਤਾਂ ਮਤਲਬ ਇੱਕ IK ਗੁਜਰਾਲ ਆਇਆ ਸੀ, ਤੁਹਾਨੂੰ ਪਤਾ ਉਹਨੇ ਕਿੰਨਾ ਮਾਫ ਕੀਤਾ ਸੀ? 12.5 ਕਰੋੜ ਦਾ ਕਰਜ਼ਾ ਮਾਫ ਕੀਤਾ ਸੀ ਉਹਨੇ ਪੰਜਾਬ ਦਾ, ਜਿਹੜਾ ਅੱਤਵਾਦ ਦੇ ਦੌਰਾਨ ਸੁਰੱਖਿਆ ਫੌਜਾਂ ਦਾ ਆਇਆ ਸੀ। ਪਤਾ ਨਹੀਂ ਕਹਿੰਦੇ ਐਲਾਨ ਹੀ ਹੋਇਆ ਸੀਗਾ। ਨਹੀਂ ਉਹ ਹੋਇਆ ਸੀ, ਉਹ ਐਵੇਂ ਨਹੀਂ ਹੁੰਦਾ। ਉਹ IK ਗੁਜਰਾਲ ਦੇ ਅੱਜ ਤੱਕ ਅੱਤਵਾਦ ਦਾ ਹੀ ਤਾਂ ਰਹਿ ਗਿਆ। ਹਾਂਜੀ, ਅੱਤਵਾਦ ਦਾ ਹੀ ਤਾਂ ਰਹਿ ਗਿਆ ਇੰਨਾ ਕਰਜ਼ਾ ਜਿਹੜਾ ਹੈਗਾ। ਤੇ ਨਹੀਂ ਹੁਣ ਉਸ ਤੋਂ ਬਾਅਦ ਕੀ ਹੋ ਰਿਹਾ? ਕੋਈ ਇੰਡਸਟਰੀ ਨਹੀਂ। ਅੱਜ ਦਿੱਲੀ ਇੱਕ ਇੰਨਾ ਜਿਹਾ ਸਟੇਟ ਹੈ, ਛੋਟਾ ਜਿਹਾ, ਉਹਦੀ ਜਿਹੜੀ GST ਦੀ ਜਾਂ ਟੈਕਸ ਡਾਇਰੈਕਟਰੀ ਟੈਕਸ ਦੀ ਪੰਜਾਬ ਕੋਲੋਂ 3 ਗੁਣਾ ਕਮਾਈ ਉਹਦੀ। ਮਨਮੋਹਨ ਸਿੰਘ ਜੀ, ਮੇਰੀ ਗੱਲ ਤੁਸੀਂ ਫੋਲੋ ਕਰੋ, ਮੈਂ ਸਮਝਾ ਨਹੀਂ ਪਾ ਰਿਹਾ ਵੀ ਅੱਜ ਦਾ ਸਾਰੇ ਕਹਿ ਰਹੇ ਨੇ, ਉਹ ਵੀ ਕਹਿ ਰਹੇ ਨੇ ਅਸੀਂ ਚੱਕ ਦਾਂਗੇ ਫੱਟੇ, ਸਾਰੇ ਹੀ ਤਿਆਰ ਨੇ ਕਹਿਣ ਨੂੰ। ਪਹਿਲਾਂ ਕਿਉਂ ਨਹੀਂ ਹੋਇਆ? ਜਦੋਂ ਤੁਹਾਡੇ ਹੱਥ ਪਾਵਰ ਸੀ, ਅਲਾਇੰਸ ਹੈ, ਸਭ ਕੁਝ ਹੈ, ਉਦੋਂ ਕਿਉਂ ਨਹੀਂ ਹੋਇਆ? ਹੁਣ ਕੀ ਹੋ ਜਾਏਗਾ ਜੇ ਪਹਿਲਾਂ ਨਹੀਂ ਹੋਇਆ? ਜਾਂ ਪਹਿਲਾਂ ਕੀ ਕਮਜ਼ੋਰੀ ਸੀ, ਹੁਣ ਕੀ ਤਾਕਤ ਆ ਗਈ? ਕੋਈ ਅੱਲਾ ਦਿਨ ਦਾ ਚਿਰਾਗ ਲੱਭ ਗਿਆ ਵੀ ਹਾਂ ਘਸਾਵਾਂਗੇ ਤੇ ਆ ਕੇ ਕਰ ਦੇਗਾ। ਮੈਂ ਇਹ ਗੱਲ ਦੱਸੋ, ਤੁਹਾਡੀਆਂ ਗੱਲਾਂ 100% ਵਾਜਬ ਨੇ, ਕੁਐਸਚਨ ਚੁੱਕਣੇ ਜਾਇਜ਼ ਨੇ, ਕਿਉਂਕਿ ਸੱਚੇ ਨਹੀਂ ਇਹ CTA ਜੀ ਹੈ, ਮੈਂ ਇੱਥੇ ਨਹੀਂ ਮੇਰੀ ਪਰ ਇਹਦਾ ਹਾਲ ਸੁਣੋ ਨਾ। ਜੀ ਅੱਜ ਦੀ ਡੇਟ ਦੇ ਵਿੱਚ ਮੰਨ ਲਓ ਅੱਜ ਤੱਕ ਸਾਰਿਆਂ ਨੇ ਗਲਤੀਆਂ ਕੀਤੀਆਂ। ਗਲਤੀਆਂ ਕਰਨਾ ਕੋਈ ਗੁਨਾਹ ਨਹੀਂ, ਗਲਤੀ ਕਰਕੇ ਨਾ ਮੰਨਣਾ, ਉਹਨੂੰ ਠੀਕ ਨਾ ਕਰਨਾ, ਉਹ ਗੁਨਾਹ ਹੈ। ਅੱਜ ਮੈਂ BJP ਜੁਆਇਨ ਕਰਨ ਤੋਂ ਪਹਿਲਾਂ ਮੈਨੂੰ ਸਰਦਾਰ ਇਕਬਾਲ ਸਿੰਘ ਲਾਲਪੁਰਾ ਨਾਲ ਕੁਝ ਵਿਚਾਰ ਸੁਣੇ ਉਹਨਾਂ ਦੇ। ਮੈਂ ਕਹਿੰਦੇ ਮੋਹਨ ਸਿੰਘ ਜੀ, ਇਹ ਸਿੱਖ ਜੇ ਮੋਦੀ ਕੋਲ ਕੁਝ ਨਹੀਂ ਲੈ ਸਕੇ ਨਾ, ਕਦੇ ਕੁਝ ਨਹੀਂ ਹੋ ਸਕਦਾ। ਨੈਸ਼ਨਲ ਚੇਅਰਮੈਨ ਬਣਾਇਆ ਉਹਨਾਂ ਨੇ ਮਿਨੋਰਟੀ ਕਮਿਸ਼ਨ ਦਾ। ਜੀ ਆਈ ਨੋ ਵੈਰੀ। ਉਸ ਤੋਂ ਬਾਅਦ
ਫਿਰ ਜਥਿੰਦਰ ਸਿੰਘ ਅਠਵਾਲ ਨੇ ਰੋਪੜ ਦੇ ਅਧਿਕਸ਼ ਜਿਹੜੇ ਬੀਜੇਪੀ ਦੇ ਜਿਹੜੇ, ਉਹਨਾਂ ਨੇ ਮੇਰੇ ਕੋਲ ਭੇਜਿਆ, ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ। ਮੈਂ ਕਿਹਾ ਜੀ ਦੇਖੋ, ਕਿਉਂਕਿ ਮੈਂ ਵਿਰੋਧ ਕਰ ਰਿਹਾ ਸੀ ਪੂਰੀ, ਮੇਰੇ ਕੋਲ ਬੰਦੇ ਅਪਰੋਚ ਕੀਤਾ ਉਹਨਾਂ ਨੇ ਵੀ ਦੱਸੋ ਤੁਸੀਂ ਕੀ ਹੈ। ਉਹਨਾਂ ਨੇ ਫਿਰ ਮੇਰੀ ਮੁਲਾਕਾਤ ਕਰਾਈ ਸ਼ੇਖਾਵਤ ਜੀ ਦੇ ਨਾਲ। ਮੇਰੀ ਜੁਆਇਨ ਕਰਨ ਤੋਂ ਪਹਿਲਾਂ ਕਾਫੀ ਲੰਬੀ ਮੁਲਾਕਾਤ ਹੋਈ ਉਹਨਾਂ ਦੇ ਨਾਲ। ਉਹ ਕੁਦਰਤੀ ਉਹ ਇੱਕ ਬੜੇ ਇਹੋ ਜਿਹੇ ਲਰਨਡ ਬੰਦੇ ਨੇ। ਇੰਡੀਵਿਜੂਅਲਿਟੀ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ ਜੀ। ਮੈਨੂੰ ਗੁਰਵਿੰਦਰ ਸਿੰਘ ਰੋਮੀ ਨੂੰ ਕੀ ਮਿਲ ਰਿਹਾ, ਉਹ ਗੱਲ ਨਹੀਂ ਮਾਇਨੇ ਰੱਖਦੀ ਸਰਪੰਚ ਵੱਲੋਂ। ਨਹੀਂ ਤੁਸੀਂ ਮੈਨੂੰ ਤੋਂ ਲਾਂਭੇ ਨਾ ਕਰੋ, ਗੱਲ ਸੁਣਨ ਦਾ ਮਾਦਾ ਵੀ ਰੱਖੋ ਥੋੜਾ ਜਿਹਾ। ਅੱਜ ਜਿਸ ਪਾਰਟੀ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਵਰਗੇ ਬੰਦੇ ਨੇ, ਸ਼ੇਖਾਵਤ ਵਰਗੇ ਬੰਦੇ ਨੇ, ਫੋਰਮ ਮਿਨਿਸਟਰ ਜੈਰਾਮ ਵਰਗੇ ਬੰਦੇ ਨੇ ਜਿਹੜੇ ਇਕਵਾਲੇ, ਹੁਣ ਕਾਂਗਰਸ ਦੇ ਕੋਲ ਪੱਪੂ ਹੈ ਇੱਕ, ਮੈਂ ਓਪਨਲੀ ਕਹਿਣਾ, ਸਾਰੇ ਕਹਿੰਦੇ ਜਿੰਨੀ ਵੋਟ ਜਾਣੀ ਹੈ ਬੀਜੇਪੀ ਦੀ ਉਹ ਜਾਣੀ ਹੈ ਮੋਦੀ ਨੂੰ, ਕਾਂਗਰਸ ਦੀ ਵੋਟ ਜਿੰਨੀ ਜਾਣੀ ਹੈ ਪੱਪੂ ਨੂੰ ਜਾਣੀ ਹੈ। ਮੈਂ ਤੇ ਦੇਖੋ ਪਾਰਲੀਮੈਂਟ ਵਿੱਚ ਅੱਖਾਂ ਮਾਰੀ ਜਾਂਦਾ, ਲੱਤਾਂ ਜੁੜ ਕਰਕੇ ਬੈਠਾ ਹੈ, ਨਾ ਬੋਡੀ ਲੈਂਗੁਏਜ ਹੈ ਨਾ ਮਾਈਂਡ ਲੈਂਗੁਏਜ ਹੈ, ਕੁਝ ਪੱਲੇ ਨਹੀਂ ਹੈਗਾ ਉਹਨਾਂ ਦੇ, ਜਿਹੜੇ ਆਪ ਸਕੈਮਾਂ 'ਚ ਫਸੇ ਹੋਏ ਨੇ। ਹੁਣ ਇੱਕ ਗੱਲ ਦੱਸੋ, ਇੰਡੀਆ ਦੇ ਵਿੱਚ ਕਰਪਸ਼ਨ ਸਟਾਰਟ ਕਿੱਥੋਂ ਹੋਈ? 2G ਸਕੈਮ, 3 ਸਕੈਮ, ਕੋਲ ਸਕੈਮ, ਫਿਰ ਗੋਫਰ ਸਕੈਮ, ਮੁੜ ਕੇ ਉੱਥੇ ਗੱਲ ਆ ਜਾਂਦੀ ਹੈ 2014 ਤੋਂ ਬੈਠੇ ਹੋ, ਕਿਹੜਾ ਫੜ ਕੇ ਅੰਦਰ ਦਿੱਤਾ ਤੁਸੀਂ? 2G ਵਾਲੇ 4G ਵਾਲੇ ਲੰਘ ਗਿਆ ਕੋਈ, ਕਿਹੜਾ ਫੜ ਕੇ ਅੰਦਰ ਕਿਹੜਾ ਮਾਰਿਆ? 14 ਤੋਂ 22 ਲੰਘਣ ਵਾਲਾ ਹੋਇਆ, 24 ਤੱਕ 10 ਸਾਲ ਹੋਏ ਨੇ। ਕਿਹਦੇ ਸਕੰਜੇ ਗੱਲ ਨੂੰ ਹੱਥ ਪਾਇਆ? ਮੈਂ ਕੱਲ ਵੀ ਇਹ ਗੱਲ ਕੀਤੀ ਸੀ ਵੀ ਸਾਡੇ ਜਿਹੜੇ ਇਨਵੈਸਟੀਗੇਸ਼ਨ ਦੇ ਕੋਰਟਾਂ ਦੇ ਸਿਸਟਮ ਨੇ ਜਿਹੜੇ, ਉਹ ਇੰਨੇ ਕੁ ਜ਼ਿਆਦਾ ਉਹਨਾਂ 'ਚ ਮੋਰੀਆਂ ਨੇ। ਸਾਡੇ ਤਾਂ ਹੁਣ ਮੇਰੇ ਕੋਲ ਮਾੜਾ ਜਿਹਾ ਕਿਤੇ ਲਾਇਸੈਂਸ ਨਾ ਹੋਵੇ, ਮੈਨੂੰ ਤਾਂ ਫੜ ਕੇ ਫਰਲਾ ਫੜਾ ਦੇਣਾ। ਇਹ ਕੀ ਹੈ, ਵੱਡੇ ਵਾਸਤੇ ਕਾਨੂੰਨ ਹੋ ਰਿਹਾ, ਸਾਡੇ ਵਾਸਤੇ ਹੋ ਰਿਹਾ ਤਾਂ ਇਹੀ ਹੈ। ਕਾਂਗਰਸ ਵੇਲੇ ਵੀ ਸੀ, ਤੁਹਾਡੀ ਗੱਲ ਕਰਦਾ ਮੈਂ। ਤੁਸੀਂ ਮੇਰੀ ਕੱਲ ਦੀ ਇੰਟਰਵਿਊ ਸੁਣਨਾ ਇੱਕ ਵਾਰੀ, ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਕਾਫੀ ਮਿਲੇਗਾ। ਇਸ ਦੇਸ਼ ਦੇ ਵਿੱਚ ਜੇ ਸਾਡੀ ਜੁਡੀਸ਼ਰੀ, ਕੱਲੀ ਜੁਡੀਸ਼ਰੀ ਬਿਲਕੁਲ ਸਟ੍ਰੀਮਲਾਈਨ ਕਰ ਦਿੱਤੀ ਜਾਵੇ, ਗੱਲ ਕੌਣ ਕਰੇਗਾ? ਤੁਸੀਂ ਬੈਠੇ ਹੋ ਗੱਦੀ ਤੇ 2014 ਤੋਂ, ਕਿਹਨੇ ਕਰਨੀ ਹੈ? ਮੈਂ ਤਾਂ ਕਰ ਨਹੀਂ ਸਕਦਾ ਐਂਕਰ ਦੇ ਤੌਰ ਤੇ, ਜਾਂ ਇੱਥੇ ਸਾਡਾ ਸਰਪੰਚ ਤਾਂ ਕਰ ਨਹੀਂ ਸਕਦਾ। ਮੇਰੀ ਗੱਲ, ਪ੍ਰਧਾਨ ਮੰਤਰੀ ਤੁਹਾਡਾ, ਰਾਸ਼ਟਰਪਤੀ ਤੁਹਾਡਾ, ਸੈਂਟਰ 'ਚ ਗਵਰਨਮੈਂਟ ਤੁਹਾਡੀ ਹੈ, ਬਹੁਮਤ ਦੇ ਵਿੱਚ ਹੋ, ਕੋਈ ਕਿਸੇ ਦੀ ਲੱਤ ਡਿੱਕਾ ਨਹੀਂ ਹੈਗਾ ਵੀ ਕਿਸੇ ਦੇ ਸਾਰੇ ਬੈਠੇ ਹੋ, ਤੁਹਾਡੀਆਂ ਸੀਟਾਂ ਨੇ, ਬਹੁਮਤ ਹੈਗਾ, ਕੁਛ ਮਰਜ਼ੀ ਕਰੀ ਜਾਓ। ਬਿਲਕੁਲ ਠੀਕ ਹੈ। ਤੁਸੀਂ ਕਹਿੰਦੇ ਹੋ ਵੀ ਧਾਰਾ ਤੋੜਤੀ ਹੈ, ਕੁਛ ਕਰਤਾ, ਉਹ ਜਿਵੇਂ ਉਹ ਕਰਤਾ ਇਹ ਵੀ ਕਰ ਦਿਓ, ਜੁਡੀਸ਼ਰੀ ਨੂੰ ਕਰ ਦਿਓ, ਜਿਵੇਂ 24 ਆਵਰ ਸਰਵਿਸ। ਪਤਾ ਕੀ ਗੱਲ ਹੈਗੀ, ਜਿਵੇਂ ਹਸਪਤਾਲਾਂ ਦੇ ਵਿੱਚ ਡਿਊਟੀ ਹੈ, 8 ਘੰਟੇ ਇਹ ਨਰਸ ਦੀ ਹੈ, ਫਿਰ 8 ਘੰਟੇ ਉਹ ਨਰਸ ਦੀ ਹੈ, ਐਵੇਂ ਡਾਕਟਰਾਂ ਦੀ ਹੈ ਰੂਟੀਨ। ਕੋਰਟ ਕਰ ਦਿਓ, ਕੋਰਟ 24 ਘੰਟੇ ਖੋਲ ਦਿਓ, ਜੱਜ ਬਿਠਾਓ, ਉਹਦੇ ਵਿੱਚ ਬਦਭਰਤੀ ਕਰਕੇ ਆਪਣੇ ਪੜ ਜਾਣੇ। ਇੱਕ ਗੱਲ ਦੱਸੋ, ਤੁਹਾਡਾ ਜਿਹੜਾ ਆਵੇਸ਼, ਤੁਹਾਡਾ ਗੁੱਸਾ, ਨਹੀਂ ਗੁੱਸਾ ਨਹੀਂ, ਮੇਰਾ ਡਿਊਟੀ ਬਣਦੀ ਹੈ। ਤੁਹਾਡੀ ਐਕਸਾਈਟਮੈਂਟ ਨਹੀਂ, ਤੁਸੀਂ ਨਾ ਸੁਣਨ ਦਾ ਮਾਦਾ ਵੀ ਰੱਖੋ ਥੋੜਾ ਜਿਹਾ। ਜਿਹੜੀ ਮੈਂ ਗੱਲ ਤੁਹਾਨੂੰ ਜਾਣਾ, ਤੁਹਾਡੀ ਗੱਲ ਮੈਂ ਡਿਟੋ ਕਰ ਰਿਹਾ, ਬਿਲਕੁਲ ਠੀਕ ਨੇ ਗੱਲਾਂ ਇਹ। ਪਤਾ ਕੀ ਹੈ, ਇਹ ਜਿਹੜੀਆਂ ਜਿੰਨੇ ਵੀ ਮੁੱਦੇ ਨੇ, ਮੈਂ ਸਿਰਫ ਇੱਕ ਗੱਲ ਤੁਹਾਨੂੰ ਕੀਤੀ ਹੈ, ਇਹ ਮੁੱਦੇ ਠੀਕ ਕਰਨ ਦਾ ਮਾਦਾ ਨਾ ਤਾਂ ਰੱਖਦੀ ਕਾਂਗਰਸ, ਨਾ ਰੱਖਦੇ ਅਕਾਲੀ, ਤੇ ਨਾ ਰੱਖਦੀ ਆਪ, ਕਿਉਂਕਿ ਉਹ ਇੰਨੇ ਜੋਗੇ ਹੀ ਨਹੀਂ। ਕਾਂਗਰਸ ਤੋਂ ਬਿਨਾਂ ਬਾਕੀ ਦਾ ਗਨਾਉਣ ਦੀ ਲੋੜ ਹੀ ਨਹੀਂ ਸੈਂਟਰ ਤੇ, ਕਿਉਂਕਿ ਉਹ ਤਕਰੀਬਨ ਐਲੀਮੀਨੇਟ ਹੋ ਚੁੱਕੇ ਨੇ ਆਲਰੇਡੀ। ਹੁਣ ਮੈਂ ਸਿਰਫ ਇਸ ਲਈ ਕਿਉਂਕਿ ਪੰਜਾਬ ਦੀ ਗੱਲ ਕਰ ਰਿਹਾ, ਮੈਂ ਹਾਲੇ ਦੇਸ਼ ਦੀ ਗੱਲ ਜੋ ਉੱਥੇ ਪਹੁੰਚਾਂਗਾ ਤੇ ਫਿਰ ਗੱਲ ਕਰਾਂਗਾ। ਚਲੋ ਪੰਜਾਬ ਇਸ ਵਕਤ ਮੇਰੇ ਮੁੱਦੇ ਸਿਰਫ ਪੰਜਾਬ ਦੇ ਮੁੱਦੇ। ਪੰਜਾਬ ਦੇ ਵਿੱਚ ਅੱਜ ਤੱਕ ਇੰਡਸਟਰੀ ਨਹੀਂ ਰੱਖੀ, ਟੈਕਸ ਫ੍ਰੀ ਜ਼ੋਨ ਨਹੀਂ ਮਿਲਿਆ, ਇੱਥੇ ਇੰਪਲੋਇਮੈਂਟ ਨਹੀਂ ਮਿਲੀ। ਇਸ ਕਰਕੇ ਉਹ ਜਿਹੜੇ ਕੰਮ ਨੇ, ਤੁਸੀਂ ਜੇ ਹੁਣ ਬੀਜੇਪੀ ਦੇ ਤੁਸੀਂ ਘੋਸ਼ਣਾ ਪੱਤਰ ਦੇਖੋ, ਉਹਦੇ ਵਿੱਚ ਸਭ ਤੋਂ ਵੱਧ ਜ਼ੋਰ ਹੀ ਇਨਫਰਾਸਟ੍ਰਕਚਰ ਦੇ ਉੱਤੇ। ਤੁਸੀਂ ਸਿੱਖੀ ਦੀ ਗੱਲ ਕੀਤੀ ਸੀ, ਆਪਾਂ ਵੈਸੇ ਗਲਤ ਹੁੰਦੀ ਹੈ ਗੱਲ ਕਿਸੇ ਖਾਸ ਧਰਮ ਬਾਰੇ ਗੱਲ ਕਰਨੀ, ਜੇ ਗੱਲ ਕਰੀਏ ਜਾਂ ਕਿਸੇ ਹਿੰਦੂ ਬਾਰੇ ਜਾਂ ਕਿਸੇ ਸਿੱਖ ਧਰਮ ਬਾਰੇ, ਚਲੋ ਫਿਰ ਵੀ ਇੱਕ ਸਾਡਾ ਟ੍ਰੈਡੀਸ਼ਨ ਹੀ ਹੈ, ਕੀ ਕਰੇ, ਸਾਡੀ ਪੋਲੀਟੀਕਲ ਕਿਆ ਕੋਈ ਵੀ ਸਾਡਾ ਢਾਂਚਾ ਜਿਹੜਾ ਉਹ ਹੈ ਹੀ ਹੈ। ਜਿਵੇਂ ਕੁਝ ਹੋ ਰਿਹਾ, ਮੈਂ ਨਹੀਂ ਨਾਮ ਲੈ ਸਕਦਾ ਕਿਸੇ ਦਾ, ਸਭ ਕੁਝ ਦਲਿਤ ਵੋਟ ਵਾਸਤੇ ਕੀ ਹੋ ਰਿਹਾ, ਕਿਤੇ ਅਲਾਈਅੰਸ ਹੋ ਰਿਹਾ, ਕਿਤੇ ਕੁਛ ਚਿਹਰਾ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਪਰ ਤੁਹਾਡੇ ਵੱਲੋਂ ਜੇ ਤੁਸੀਂ ਕਹਿੰਦੇ ਹੋ ਵੀ ਸਿੱਖਾਂ ਵਾਸਤੇ ਜਿਹੜੀ ਹੈ ਬੀਜੇਪੀ ਹੁਣ ਕਿਹਾ, ਚਲੋ ਸ਼ੁਰੂ ਤੋਂ ਤੁਹਾਡੇ ਜ਼ਮਾਨ ਮੁਤਾਬਕ ਲੂਜ਼ ਹੈ, ਮੈਨੀਫੈਸਟੋ ਦੇ ਵਿੱਚ ਕਿਹੜਾ ਇੱਕ ਸੂਬਾ ਹੈ ਜਿਹੜਾ ਕਿ ਸਿੱਖ ਵਸਾਉਣ ਦੇ ਆਧਾਰ ਤੇ ਬਣਿਆ ਹੋਇਆ? ਪੰਜਾਬ ਸੂਬਾ। ਪੰਜਾਬ ਸੂਬੇ ਦਾ ਮੈਨੀਫੈਸਟੋ ਦੇ ਵਿੱਚ ਰਾਜਧਾਨੀ ਨੂੰ ਲੈ ਕੇ ਕੋਈ ਕੀ ਕੁਛ ਵਿੱਚ ਕੀਤਾ ਹੋਇਆ? ਪੰਜਾਬ ਦੀ ਰਾਜਧਾਨੀ ਨੂੰ ਲੈ ਕੇ, ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ, ਉਹਦੇ ਵਿੱਚ ਪੰਜਾਬ ਦੀ SYL ਨੂੰ ਲੈ ਕੇ, ਪੰਜਾਬ ਦੇ ਪਾਣੀ ਨੂੰ ਲੈ ਕੇ, ਉਹਨੂੰ ਬਚਾਉਣ ਵਾਸਤੇ, ਉਹਦੇ ਵਾਸਤੇ ਖਾਸ ਤੌਰ ਤੇ ਕਿਹੜੀ ਮਦਦ ਪਾਈ ਹੋਈ ਹੈ ਤੁਸੀਂ ਮੈਨੀਫੈਸਟੋ? ਵੱਡੇ ਮੁੱਦੇ ਨੇ, ਛੋਟੇ ਨਹੀਂ, ਗਲੀਆਂ ਨਾਲੀਆਂ ਤਾਂ ਬਣਦੀ ਰਹਿਣੀਆਂ। ਪਤਾ ਕੀ ਗੱਲ ਹੈ, ਰਾਜਧਾਨੀ ਬਾਰੇ ਕੀ ਸਟੈਂਡ ਹੈ? ਸਟੈਪ ਬਾਈ ਸਟੈਪ ਚਲੇ ਜਾਂਦਾ ਹੈ। ਪਹਿਲੀ ਗੱਲ 1966 ਦਾ ਮੁੱਦਾ ਜੀ, ਨਹੀਂ 66 ਦਾ ਮੁੱਦਾ ਮੇਰੇ ਤੋਂ ਵੱਡਾ, ਮੈਂ 83 ਜੰਮਿਆ। 66 ਤੋਂ ਲੈ ਕੇ 84 ਤੱਕ 54 ਤੱਕ ਹੱਲ ਨਹੀਂ ਹੋਏ ਤਾਂ ਯਾਰ ਜਿਹੜਾ 70 ਸਾਲ ਦਾ ਕਲੰਕ ਹੈ, ਕੈਂਸਰ ਹੈ, ਉਹਨੂੰ ਠੀਕ ਹੋਣਾ, ਪਾਣੀਆਂ ਨੂੰ ਲੈ ਕੇ ਕੀ ਹੈ, ਉਹਨੂੰ ਸਮਾਂ ਚਾਹੀਦਾ, ਉਹਨੂੰ ਸਮਾਂ ਚਾਹੀਦਾ। ਮੈਂ ਤੁਹਾਨੂੰ ਪਹਿਲੇ ਗੱਲ ਕੀਤੀ ਹੈ, ਨਹੀਂ ਦੇਖੋ ਮੈਨੀਫੈਸਟੋ 'ਚ ਕੀ ਹੈ, ਮੇਰਾ ਬੀਜੇਪੀ ਨੂੰ ਜੁਆਇਨ ਕਰਨ ਦਾ ਸਿਰਫ ਇੱਕੋ ਇੱਕ ਇਹ ਕਾਰਨ ਹੈ ਵੀ ਜਿਹੜੇ ਪੰਜਾਬ ਨੂੰ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ। ਇਹ ਹੱਕ ਹੀ ਨੇ ਜੀ ਪਾਣੀਆਂ ਦਾ, ਰਾਜਧਾਨੀ ਸਾਡਾ ਹੱਕ ਨਹੀਂ ਹੋਇਆ। ਕਿਹੜੀ ਸਟੇਟ ਹੈ ਜਿਹੜੀ ਬਿਨਾਂ ਰਾਜਧਾਨੀ ਤੋਂ ਹੈ? ਸਾਡਾ ਕੰਬੀਨੇਸ਼ਨ ਹੈ, ਉੱਥੇ ਗਾਣੇ ਚੱਲੀ ਜਾਂਦੇ ਨੇ, ਚੰਡੀਗੜ੍ਹ ਵਾਂਗੂ ਭਾਬੀ ਨਹੀਂ ਮੇਰੇ ਵਿਆਹ ਦਾ ਮਸਲਾ ਅੜ ਚੱਲਿਆ। ਜੇ ਹੁਣ ਇੱਕ ਪਿਓ ਪੁੱਤਰ ਨੇ,
ਜੇ ਆਪਸ ਵਿੱਚ ਲੜਦੇ ਰਹਿਣਗੇ ਤੇ ਪੁੱਤਰ ਕਦੀ ਆਪਣੇ ਪਿਓ ਕੋ ਮੰਗ ਨਹੀਂ ਬਣਾ ਪਾਏਗਾ। ਜੇ ਉਹਨੇ ਮੰਗ ਮਨਾਉਣੀ ਹੈ ਤਾਂ ਉਹਨੂੰ ਪਿਓ ਨੂੰ ਪਿਓ ਕਹਿਣਾ ਪਏਗਾ, ਮੰਨਣਾ ਪਏਗਾ, ਆਦਤ ਦੇਣਾ ਪਏਗਾ। ਮੈਂ ਸਿਰਫ ਇਸ ਮਨਸ਼ੇ ਨੂੰ ਲੈ ਕੇ ਬੀਜੇਪੀ ਜੁਆਇਨ ਕੀਤੀ ਹੈ ਵੀ ਚਲੋ ਅੱਜ ਤੱਕ ਵਿਰੋਧ ਕਰਦੇ ਨੇ ਸਾਰੇ, ਇੱਕ ਵਾਰੀ ਵਿੱਚ ਵੜ ਕੇ ਦੇਖੋ, ਆਪਣੀ ਗੱਲ ਪਹੁੰਚਾ ਕੇ ਦੇਖੋ ਤੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਇਹਦਾ ਹੱਲ ਨਹੀਂ ਹੋਇਆ। ਨਹੀਂ, ਮੈਂ ਤੁਹਾਨੂੰ ਸਲਾਮ ਸਲੂਟ ਸਤਿ ਸ੍ਰੀ ਅਕਾਲ ਸਭ ਕੁਝ ਕਰਦਾ। ਮੈਨੂੰ ਬੜਾ ਵਧੀਆ ਲੱਗਿਆ ਕਿ ਤੁਸੀਂ ਬੜੀ ਸਾਫ਼ ਦਿਲ ਸ਼ਖਸੀਅਤ ਤੋਂ, ਪਹਿਲੀ ਗੱਲ ਤਾਂ 2-3 ਗੱਲਾਂ ਵਿੱਚ ਜਿਹੜੀ ਤੁਸੀਂ ਬੰਨੀਆਂ, ਤੇ ਮੇਰੇ ਖਿਆਲ ਮੈਂ ਇਹਨੂੰ ਲਮਕਾਵਾਂ ਨਾ ਇੰਟਰਵਿਊ ਨੂੰ। ਤੁਸੀਂ ਮੋਟਾ ਦੱਸੋ ਪਹਿਲਾਂ ਵੀ ਕੱਲ ਤੁਸੀਂ ਅਕਾਲੀ ਦਲ ਬਾਰੇ ਗੱਲ ਕੀਤੀ ਸੀ, ਕਾਂਗਰਸ ਨੂੰ ਕਿਉਂ ਵੋਟ ਨਾ ਪਾਈ ਜਾਵੇ? ਦਰਸ਼ਕ ਤੁਹਾਡੇ ਸਾਹਮਣੇ ਨੇ। ਬਿਲਕੁਲ ਠੀਕ ਹੈ ਜੀ। ਕਾਂਗਰਸ ਨੇ ਦੇਸ਼ ਕਰਪਸ਼ਨ ਪਹੁੰਚਾਈ। ਇਹਦਾ ਰਾਜੀਵ ਗਾਂਧੀ ਨੇ ਖੁਦ ਮੰਨਿਆ ਸੀ ਕਿ 100 ਚੋਂ 15 ਪੈਸੇ ਤੇ ਪੁੱਜਦੇ ਨੇ, ਬਾਕੀ ਖਾਦੇ ਜਾਂਦੇ ਨੇ। ਪਤਾ ਹੋਣ ਦੇ ਬਾਵਜੂਦ ਨੇ ਕੀ ਕਰ ਲਿਆ, ਉਹਨੂੰ ਮਿਸਟਰ ਕਲੀਨ ਕਹਿੰਦੇ ਸੀ। ਪਰ ਸਭ ਤੋਂ ਪਹਿਲਾਂ ਉਹਦੀ ਵੋਟੀ ਨੇ ਆਪਣੇ ਚਾਚੇ ਕੇ ਮਾਮੇ ਨੂੰ ਕੋਤਰੋਚੀ ਨੂੰ ਲੈ ਕੇ ਬੋਫਰਸ ਕਾਂਡ ਦਾ ਪੈਸਾ ਲਿਆ, ਉਹ ਸਬੂਤ ਵੀ ਹੋ ਗਿਆ, ਉਹਨੇ ਚੋਰੀ ਭਜਾ ਦਿੱਤਾ। ਨੈਸ਼ਨਲ ਹੈਲਥ ਦਾ ਕੇਸ ਹੈਗਾ, ਅੱਜ ਵੀ ਲੰਬਿਤ ਹੈ। ਇਹਨਾਂ ਦਾ ਜਵਾਈ ਵੜਰਾ ਉਹ ਕਿੱਥੋਂ ਕਿੱਥੇ ਪਹੁੰਚ ਗਿਆ, ਸਾਰਾ ਕੁਝ ਸਾਹਮਣੇ ਹੈ। ਕੀ ਹੋ ਗਿਆ? ਇਹ 400 ਸੀਟਾਂ ਤੋਂ 40 ਸੀਟਾਂ ਤੇ ਕਿਉਂ ਸਿਮਟ ਗਏ? ਕੁਛ ਤਾਂ ਕਾਰਨ ਹੋਏਗਾ। ਫਿਰ ਉਸ ਤੋਂ ਬਾਅਦ ਮੈਂ ਕਹਿੰਦਾ ਜਦ ਤੱਕ ਕਾਂਗਰਸ ਗਾਂਧੀ ਖਾਨਦਾਨ ਦੀ ਝੋਲੀ ਚੋਂ ਬਾਹਰ ਨਹੀਂ ਆਉਂਦੀ, ਇਹ ਤਰੱਕੀ ਕਰ ਹੀ ਨਹੀਂ ਸਕਦੀ। ਪਰਿਵਾਰਵਾਦ ਤੋਂ ਬਾਹਰ ਪੰਜਾਬ ਤੇ ਆ ਜਾਓ, ਸ਼ਾਰਟ ਚ ਹੋ ਜਾਏਗਾ ਆਪਣਾ। ਪੰਜਾਬ ਤੇ ਆ ਜਾਓ, ਪੰਜਾਬ ਇਲੈਕਸ਼ਨ ਦੇ ਨਹੀਂ ਉਹ ਕਿਉਂਕਿ ਮੈਂ ਕੰਪੇਅਰ ਕਰਨਾ ਵੀ ਨੈਸ਼ਨਲ ਲੈਵਲ ਦੇ ਵੋਟ ਕਿਹਨੂੰ ਚਲੋ ਕੈਰੀ ਔਨ, ਠੀਕ ਹੈ ਜੀ। ਹੁਣ ਅਗਲੀ ਗੱਲ ਕੀ ਹੈ? ਸ਼ਸ਼ੀ ਥਰੂਰ ਵਰਗੇ ਬੰਦੇ ਨੂੰ ਸਲੂਟ ਕਰਦਾ ਹੈਗੇ ਨੇ ਕਾਂਗਰਸ ਚ। ਜੇ ਸ਼ੇਖਾਵਤ ਵਰਗੇ ਬੰਦੇ ਇੱਥੇ ਨੇ ਜਾਂ ਸਿਆਣੇ ਬੰਦੇ ਇੱਥੇ ਨੇ, ਕਾਂਗਰਸ ਉਹ ਚਿਹਰੇ ਅੱਗੇ ਕਿਉਂ ਨਹੀਂ ਆਉਂਦੇ? ਕਿਉਂਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਮ ਸਾਰੇ ਪੱਪੂ ਕਿਉਂ ਕਹਿੰਦੇ ਨੇ। 48-50 ਸਾਲ ਦਾ ਹੋਣ ਲੱਗਾ, ਹਲੇ ਆਪਣੇ ਬੱਚੇ ਹੀ ਕਹਿੰਦਾ, ਹਲੇ ਆਪਣੇ ਆਪ ਨੂੰ ਵੱਡਾ ਹੋਊਗਾ ਤੇ ਦੇਖਾਂਗਾ, ਤੇ ਹਾਲੇ ਤੱਕ ਯੂਥ ਹੀ ਕਹਿੰਦਾ, ਤੇ ਕਿੱਥੇ ਮੈਚੁਰਿਟੀ ਰਹਿ ਗਈ? ਅੱਜ ਸਾਨੂੰ ਉਹਨਾਂ ਕੋਲੋਂ ਕਿਸੇ ਵੀ ਮੰਗ ਮੰਨੇ ਜਾਣ ਦੀ ਉਮੀਦ ਨਹੀਂ ਰਹੀ, ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਰਿਹਾ। ਕਾਤਲ ਪਾਰਟੀ ਇਹ ਲੁੱਟੇ ਵੀ ਹੈ, ਕੁੱਟਿਆ ਵੀ ਹੈ, ਸਭ ਕੁਝ ਕੀਤਾ ਹੈ, ਉਹਨਾਂ ਦੇ ਪੱਲੇ ਨਹੀਂ, ਦੇ ਡੋਂਟ ਡਿਜ਼ਰਵ, ਉਹਨਾਂ ਕੋਲ ਲਿਆਕਤ ਹੀ ਨਹੀਂ ਹੈਗੀ। ਨੰਬਰ 2 ਤੇ ਤੁਹਾਨੂੰ ਮੈਂ ਸ਼ਾਰਟ ਕਰਾਂ, ਕਿਉਂਕਿ ਹੁਣ ਆਮ ਆਦਮੀ ਪਾਰਟੀ ਹੈ। ਆਮ ਕਹਿੰਦੇ ਨੇ ਜੀ ਇਹ ਬੀਜੇਪੀ ਨੇ ਪੈਦਾ ਕੀਤੀ ਸੀ, ਇਹ ਆਰਐਸਐਸ ਨੇ ਕੀਤਾ ਸੀ, ਇਹ ਬੀ ਟੀਮ ਹੈ, ਅੰਨਾ ਹਜ਼ਾਰੇ ਨੇ। ਹੁਣ ਉਹਦੇ ਬਾਰੇ ਮੈਂ ਕੁਛ ਇੱਥੇ ਨਾ ਏਰੀਆ ਦੇ ਨੋਟ ਕਰ ਰਿਹਾ ਸੀ, ਉੱਥੇ ਆਇਆ ਸੀ ਮੈਸੇਜ ਵੀ ਐਸਾ ਕੋਈ ਸਗਾ ਨਹੀਂ ਜਿਸ ਕੋ ਕੇਜਰੀਵਾਲ ਨੇ ਠਗਾ ਨਹੀਂ ਚੱਲ ਰਿਹਾ। ਹਾਂਜੀ, ਉਹਦੇ ਚ ਕੀ ਹੈ? ਸਟਾਰਟਿੰਗ ਕਰੋ ਅੰਨਾ ਹਜ਼ਾਰੇ ਤੋਂ, ਜੋਗਿੰਦਰ ਯਾਦਵ ਤੋਂ, ਪ੍ਰਸ਼ਾਂਤ ਭੂਸ਼ਣ ਤੋਂ, ਧਰਮਵੀਰ ਗਾਂਧੀ ਤੋਂ, ਆਸ਼ੂਤੋਸ਼ ਤੋਂ, ਕੁਮਾਰ ਵਿਸ਼ਵਾਸ ਤੋਂ, ਐਚ.ਐਸ. ਫੁਲਕੇ ਤੋਂ, ਗੁਰਪ੍ਰੀਤ ਘੁੱਗੀ ਤੋਂ, ਸੁਖਪਾਲ ਖਹਿਰਾ ਤੋਂ, ਜਰਨੈਲ ਸਿੰਘ ਸਵਰਗੀ ਜਿਹਨਾਂ ਨੂੰ ਵਿਚਾਰਾ ਇਲਾਜ ਤੋਂ ਖੁਣੇ ਮਰ ਗਿਆ, ਇਲਾਜ ਦਾ ਕਰਦੇ ਰਹਿ ਗਏ। ਹਿੰਮਤ ਸਿੰਘ ਸ਼ੇਰਗਿੱਲ ਕਿੱਥੇ ਗਿਆ? ਅੱਜ ਮਿਉਂ ਨਹੀਂ ਨਿਕਲਦੀ ਉਹਦੇ ਕੋਲੋਂ, ਵਿਚਾਰੇ ਕੋਲੋਂ, ਜਿਹੜਾ ਸ਼ੇਰ ਹੁੰਦਾ ਸੀ। ਸੁੱਚਾ ਸਿੰਘ ਛੋਟੇਪੁਰ, ਜਿੰਨੇ ਪਾਰਟੀ ਪੈਦਾ ਕੀਤੀ ਉਹਨਾਂ ਬੁਰੀ ਕਰਤੀ ਯਾਰ। ਜਿਹੜਾ 4 MP ਜਿੱਤਿਆ, ਇੱਕ ਰਹਿ ਗਿਆ ਸ਼ਰਾਬੀ ਇਹਦੇ ਕੋਲ, ਬਾਕੀ ਤਿੰਨੇ ਭੱਜ ਗਏ, ਕਾਬੂ ਨਹੀਂ ਰੱਖ ਸਕਿਆ। 21 MLA ਜਿਤਾਏ, ਸਾਰੇ ਭੱਜ ਗਏ, ਕਾਬੂ ਨਹੀਂ ਰੱਖ ਸਕਿਆ। ਵਜਾ ਕੇਜਰੀਵਾਲ ਦੇ ਵਸ ਦੀ ਗੱਲ ਨਹੀਂ ਪੰਜਾਬ ਕੰਟਰੋਲ ਕਰਨਾ, ਇਹ ਰਾਘਵ ਚੱਡੇ ਦੇ ਵਸ ਦੀ ਗੱਲ ਨਹੀਂ, ਕੱਲ ਦੇ ਜਵਾਕ ਪੰਜਾਬ ਨੂੰ ਕਰਨਗੇ। ਔਰ ਸਾਰਿਆਂ ਨਾਲੋਂ ਵੱਡੀ ਗੱਲ, ਉਹਨੇ ਵਿਕਰਮ ਸਿੰਘ ਮਜੀਠੀਆ ਤੇ ਕੇਸ ਪਾਇਆ, ਉਹਨੇ ਉੱਤੇ ਪਾਇਆ, ਮਜੀਠੀਆ ਨੇ ਉਹਨੂੰ ਕਿਹਾ ਵੱਲੋਂ ਹੱਥ ਜੋੜ ਕੇ ਬਿਨਾਂ ਸ਼ਰਤ ਮਾਫੀ ਮੰਗੀ। ਜਾਂ ਤਾਂ ਉਹ ਕਾਇਰ ਹੈ, ਮਾਫੀ ਮੰਗਣੀ ਪਈ, ਜਾਂ ਉਹ ਨਲਾਇਕ ਹੈ, ਝੂਠਾ ਕੇਸ ਪਾਇਆ, ਜਾਂ ਝੂਠਾ ਕੇਸ ਪਾਇਆ। ਕਨਿੰਗ ਤੇ ਸ਼ਰੂਟ ਹੈ ਬਹੁਤ ਜ਼ਿਆਦਾ। ਕੇਜਰੀਵਾਲ ਦੇ ਕੋਲੋਂ ਧੋਖਾ ਪੰਜਾਬੀਓ ਨਾ ਕਾਇਓ, ਜਿੰਨਾ ਇਹ ਲੁੱਟੇਗਾ ਤੇ ਕੁੱਟੇਗਾ। ਨਹੀਂ, ਇੰਨਾ ਖਤਰਾ ਹੈ ਤੁਹਾਨੂੰ ਕੇਜਰੀਵਾਲ ਦਾ? ਬਿਲਕੁਲ। ਕਾਰਨ ਕੀ ਹੈ? ਕਾਰਨ ਕੀ ਅਲਰਟ ਕਰਦੇ ਆ ਨਾ, ਅੱਜ ਲੋਕਾਂ ਦੇ ਵਿੱਚ ਇੱਕ ਮਿਸ ਨੋਮੀਨੇਸ਼ਨ ਆ ਚੁੱਕੀ ਹੈ ਵੀ ਇੱਕ ਮੌਕਾ ਕੇਜਰੀਵਾਲ ਕੋ ਖੂਹ ਚੋਂ ਡਿੱਗਿਓ, ਜਾਂ ਤੁਸੀਂ ਕੱਢੇ ਲੋਗੇ ਤੇ ਖਾਈ ਦੇ ਕੇ ਕੱਢੇ ਨਹੀਂ ਜਾਣਾ। ਉਹਨੇ ਉਹ ਨੁਕਸਾਨ ਕਰਨਾ ਪੰਜਾਬ ਦਾ, ਕੇਜਰੀਵਾਲ ਨੇ, ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ। ਉਹਦੇ ਪੱਲੇ ਕੁਛ ਹੈ ਹੀ ਨਹੀਂ। ਦਿੱਲੀ ਛੋਟੀ ਜਿਹੀ ਸਟੇਟ ਹੈ, ਸਰਪਲਸ ਬਜਟ ਹੈ। नहीं देखो वो की कह रहा है, आज बयान दे रहा है, पंजाब में हमारी सरकार बनने दो, दिल्ली को पानी की कमी नहीं रहेगी, दिल्ली को बिजली की कमी नहीं रहेगी। वो तो पहले सोच के बैठा है, मैं लेके जावांगा उत्थे सारा कुछ। ਪਹਿਲਾਂ ਓਪਨ ਇੰਦਰਾ ਗਾਂਧੀ ਦੀ ਵੀ ਗਵਰਨਮੈਂਟ ਸੀ, ਬਿਆਨ ਹੈਗੇ ਨੇ ਉਹਦੇ, ਇੰਦਰਾ ਗਾਂਧੀ ਦੀ ਵੀ ਸਰਕਾਰ ਸੀ। ਔਰ ਇੱਕ ਗੱਲ ਹੋਰ, ਉਹ ਐਸਵਾਈਐਲ ਚ ਕਿੰਨਾ ਕ ਲੱਗੇ, ਉਹਦੇ ਚ ਉਹ ਬਣੀ ਨਹੀਂ ਨਹਿਰ, ਉਹ ਨਹਿਰ ਬਣੀ ਨਹੀਂ, ਬਣ ਨਹੀਂ ਦਿੱਤੀ। ਤੁਸੀਂ ਦੇਖੋ, ਤੁਹਾਨੂੰ ਨਹੀਂ ਪਤਾ, ਮੈਂ ਬਿਜਲੀ ਬੋਰਡ ਚ ਨੌਕਰੀ ਕੀਤੀ ਹੈ, ਮੈਂ ਵੀਵੇਂ ਨੌਕਰੀ ਕੀਤੀ ਹੈ। 12 ਕਰੋੜ ਰੁਪਇਆ ਐਨੂਅਲੀ ਹਿਮਾਚਲ ਨੂੰ ਸਿਰਫ ਪਾਣੀ ਦਾ ਮਿਲ ਰਿਹਾ, ਤੇ ਜਿਹੜੇ ਪੰਜਾਬ ਚੋਂ ਲੰਘ ਕੇ ਸਾਰਾ ਕੁਝ ਆ ਰਹੇ ਨੇ, 1 ਰੁਪਇਆ ਨਹੀਂ ਮਿਲਿਆ ਉਹਨੂੰ। ਕਿਉਂ? ਉਹੀ ਦਿੱਲੀ ਹੈ, ਇੱਕੋ ਚੀਜ਼ ਦੇ 2 ਰੇਟ ਕਿਉਂ? ਔਰ ਇੱਕ ਜਸਪਾਲ ਭੁੱਲਰ ਦਾ, ਪ੍ਰੋਫੈਸਰ ਭੁੱਲਰ ਦਾ, ਉਹ ਸੁਰਿਆ में गया, ये पंजाबी आतंकवादी हैं, एंटी सिख फेस आओ, एंटी इंसानियत फेस है। फिर वो बंदा सेंट्रल गवर्नमेंट की कर रही है, बंदा वो नहीं, वो एक पावर स्टेट कोल है,
ਅਥਾਰਟੀ ਉਹਦੀ ਹੈ, ਸੈਂਟਰ ਦਾ ਕੋਈ ਉਹ ਨਹੀਂ। ਸੈਂਟਰ ਉਹ ਜਿਹੜੀ ਦੇਖੋ ਜਿਹੜੀ ਜੇਲ੍ਹ 'ਚ ਬੰਦ ਨੇ ਨਾ, ਤੇ ਥੋੜੀ ਨਾਲ ਹੀ ਲਵੋ ਪਹਿਲਾਂ ਕਿਹਦੀ ਪਾਵਰ ਹੁੰਦੀ ਹੈ, ਉਹਦੇ ਸੈਂਟਰ ਦਾ ਕੋਈ ਰੋਲ ਨਹੀਂ ਹੈਗਾ। ਜਿਸ ਸਟੇਟ ਦੀਆਂ ਜੇਲ੍ਹਾਂ 'ਚ ਬੰਦੇ ਬੰਦ ਨੇ ਉਹ ਕੋਰਟ ਦੇ ਮੁਤਾਬਕ ਪਤਾ ਨਹੀਂ, ਮੈਂ ਤਾਂ ਸਾਡੇ ਰੋਪੜ ਦੀ ਜੇਲ੍ਹ ਕੇਂਦਰੀ ਜੇਲ੍ਹ ਲਿਖਿਆ ਹੁੰਦਾ, ਕੇਂਦਰੀ ਸੈਂਟਰਲ ਹੁੰਦਾ ਉਹਦਾ ਮਤਲਬ। ਸੈਂਟਰ ਹੁੰਦਾ ਲੋ ਸਦਰ ਲੈਸ ਕੇਂਦਰੀ ਸੈਂਟਰਲ ਗਵਰਨਮੈਂਟ ਨਹੀਂ ਸਰ ਜੀ। ਜਿਹੜੇ ਵੀ ਟਾਡਾ ਦੇ ਜਾਂ ਐਫਸਪਾ ਦੇ ਜਿਹੜੇ ਵੱਡੇ ਅੱਤਵਾਦੀ ਨੇ ਜਾਂ ਉਹ ਵਿਚਾਰੇ ਜਿਵੇਂ ਵੀ ਫਸੇ ਹੋਇਆ ਕੋਈ ਬੰਦਾ ਹੈਗਾ, ਜੇ ਉਹਨਾਂ ਦੇ ਐਕਟ ਲੱਗੇ ਹੋਏ ਨੇ ਤਾਂ ਉਹ ਸੈਂਟਰ ਗਵਰਨਮੈਂਟ ਦੀ ਪਹਿਲ ਹੁੰਦੀ ਹੈ। ਉਸ ਤੋਂ ਬਾਅਦ ਉਹ ਕੀ ਰੋਲ ਹੁੰਦਾ ਉਹ ਬਾਅਦ ਦੀ ਗੱਲ ਹੈ। ਤੁਹਾਨੂੰ ਭੁਲੇਖਾ ਹੈ ਇਹਦੇ ਵਿੱਚ 11-12 ਪੜਿਓ, ਮੈਂ ਬੜਾ ਪੜ੍ਹ ਕੇ ਗੱਲ ਕਰ ਰਿਹਾ, ਐਵੇਂ ਨਹੀਂ ਗੱਲ ਕਰ ਰਿਹਾ। ਉਹ ਕੋਰਟਾਂ ਨੇ ਕੇਜਰੀਵਾਲ ਗਰਾਊਂਡ ਕੋ ਭੇਜਿਆ ਰਿਲੀਜ਼ ਕਰਨ ਦੇ ਲਈ ਵੀ ਤੂੰ ਆਪਣੇ ਕਮੈਂਟਸ ਦੇ। ਉਸ ਬੰਦੇ ਨੇ 5 ਮੈਂਬਰੀ ਕਮੇਟੀ ਜਿਹੜੀ ਬਣਾਈ, ਉਹਨੇ 5 ਨੇ ਲਿਖ ਕੇ ਦਿੱਤਾ ਵੀ ਇਹ ਆਤੰਕਵਾਦੀ ਹੈ। ਜਿਹੜਾ ਬੰਦਾ 26 ਸਾਲ ਦੀ ਜੇਲ੍ਹ ਪੂਰੀ ਕਰ ਚੁੱਕਾ, ਰਿਲੀਜ਼ ਕਰ ਦੋ ਨਾ। ਉਹ ਪਾਵਰ ਜੋ ਕੇਜਰੀਵਾਲ ਸੀ, ਖਾਣੇ ਕੇ ਹੋਰ ਦਿਖਾਣੇ ਕੇ ਹੋਰ ਦਾਂਤੇ ਦੇ। ਨਹੀਂ ਮੈਂ ਕਹਾ ਸਟੇਟਮੈਂਟ ਰਿਲੀਜ਼ ਕਰ ਦੋ ਉਹਦੀ, ਪੰਜਾਬ ਦੇ ਬਹੁਤ ਅਸਰ ਹੋ ਗਿਆ ਤੁਹਾਡੇ ਪ੍ਰਚਾਰ ਤੇ, ਬਹੁਤ ਵੋਟ ਟੁੱਟ ਜਾਏਗੀ ਉਹਦੀ। ਮੈਂ ਤੁਹਾਨੂੰ ਨਹੀਂ ਹੋ ਰਿਹਾ, ਮੈਂ ਕਰ ਰਿਹਾ, ਇਹੀ ਤਰੀਕਾ ਹੈ। ਮੈਂ ਪੜਿਆ ਇਹੀ ਤਰੀਕਾ ਹੈ। ਉਹ ਲਿਖਤੀ ਰੂਪ ਚ ਹੈ, ਉਹਦੇ ਨਾਲ ਜੁੜਿਆ ਕੋਈ ਦਸਤਾਵੇਜ਼ ਕਰ ਦੋ, ਕੇਂਦਰ ਸਰਕਾਰ ਦੇ ਕੋਲ ਹੈ। ਦਸਤਾਵੇਜ਼ ਜਾਰੀ ਹੋ ਚੁੱਕੇ ਨੇ, ਪ੍ਰੂਫ ਜਾਰੀ ਕਰ ਦੋ, ਤੁਹਾਡੇ ਗਿਆਨ ਪ੍ਰੂਫ ਹੋਏ ਹੋਏ ਨੇ, ਆਲਰੇਡੀ ਇਨਵਾਇਰ ਨੇ, ਔਨ ਰਿਕਾਰਡ ਕਹਿ ਰਿਹਾ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ। ਉਹ ਰਿਪੋਰਟਾਂ ਲੀਕ ਹੋ ਚੁੱਕੀਆਂ ਨੇ ਸਾਰੀਆਂ, ਇਹਨਾਂ ਦੇ ਲਿਖੀਆਂ ਰਿਪੋਰਟਾਂ ਹੋ ਚੁੱਕੀਆਂ, ਤੁਹਾਨੂੰ ਨਹੀਂ ਪਤਾ ਹੈਗਾ। ਤੁਹਾਡਾ ਫਾਇਦਾ ਬਹੁਤ ਹੈ ਸਾਰੀ ਪਾਰਟੀਆਂ ਦਾ, ਹੋ ਚੁੱਕਾ ਹੈ। ਅੱਜ ਸਾਰੇ ਸਿੱਖ ਵੋਟ ਕੇਜਰੀਵਾਲ ਕੋ ਟੁੱਟ ਚੁੱਕੀ ਹੈ, ਬਹੁਤ ਫਿਰਦੇ ਨੇ ਝਾੜੂ ਬੰਨੀ ਲੋਕ, ਟੁੱਟ ਚੁੱਕੀ ਹੈ। ਨਹੀਂ ਉਹ ਬੰਦੇ ਨੇ ਵਰਗਲਾਏ ਹੋਏ, ਜਿਨ੍ਹਾਂ ਨੇ ਮਾਰਾਂ ਕੁੱਟਾਂ ਦਰਬਾਰ ਸਾਹਿਬ ਖਟਵਾ ਕੇ ਵੋਟਾਂ ਫਿਰ ਕਾਂਗਰਸ ਨੂੰ ਲੈ ਆਂਦਾ। ਵਰਗਲਾਏ ਹੋਏ ਲੋਕ ਨੇ, ਜਿਹੜੇ ਸੂਝਵਾਨ ਲੋਕ ਨੇ, ਐਲੀਟ ਕਲਾਸ ਆਫ ਪੀਪਲ ਹੈਗੀ ਏ, ਉਹਨੂੰ ਪਤਾ ਹੈ। ਪਰ ਸਾਡਾ ਕਿਤੇ ਭੇਡ ਚਾਲ, ਇੱਕ ਮੌਕਾ ਕੇਜਰੀਵਾਲ को एक मौका कर देगा, क्योंकि ਲੋਕੀ ਕਾਂਗਰਸ ਤੇ ਕਿਵੇਂ ਸਮਝਾਉਂਗੇ ਪੰਜਾਬੀਆਂ ਨੂੰ? ਕਾਂਗਰਸ ਤੇ ਅਕਾਲੀਆਂ ਕੋਲੋਂ ਇੰਨਾ ਜ਼ਿਆਦਾ ਦੁਖੀ ਨੇ। ਕੇਜਰੀਵਾਲ ਨੂੰ ਪੋਜ਼ਿਟਿਵ ਵੋਟ ਘੱਟ ਤੇ ਐਂਟੀ ਇਨਕਮਬੈਂਸੀ ਨੈਗੇਟਿਵ ਵੋਟ ਜ਼ਿਆਦਾ ਪੈ ਰਹੀ ਹੈ। ਯਾਰ ਦੋਵੇਂ ਦੇਖ ਲੈ, ਦੋਵਾਂ ਨੇ ਕੀ ਕੀਤਾ, ਨਵਾਂ ਦੇ ਕੇ ਦੇਖ ਲਓ। ਖਤਰਾ ਹੈ, ਮਤਲਬ ਪੂਰਾ ਖਤਰਾ ਹੈਗਾ, ਇਹ ਕੋਈ ਸ਼ੱਕ ਨਹੀਂ ਹੈ। ਇਹ ਭੇਡ ਚਾਲ ਹੁੰਦੀ ਹੈ, ਇੱਕ ਹਵਾ ਬਣ ਜਾਂਦੀ ਹੈ, ਉਹਦੇ ਦਮ ਹੋਣਾ। 17 ਚ ਵੀ ਬਣੀ ਸੀ ਇੱਕ ਵਾਰੀ, ਹਾਂਜੀ 17 ਚ ਵੀ ਬਣੀ ਸੀ ਹਵਾ, 17 ਚ ਬਣੀ ਸੀ। ਤੁਹਾਨੂੰ ਸ਼ਾਇਦ ਨਹੀਂ ਪਤਾ ਵੀ ਇਹ ਕੈਪਟਨ ਨੂੰ ਖੁਦ ਨਹੀਂ ਪਤਾ ਸੀ ਮੈਂ 77 ਸੀਟਾਂ ਲੈ ਜਾਵਾਂਗਾ। 77